ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਪਰਮ ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਸਾਰੇ ਵੀਰ ਭੈਣਾਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਜਾਣਦੇ ਹੀ ਹੋ ਕਿ ਸਿੱਧ ਗੋਸ਼ਟ ਬਾਣੀ ਦੀ ਅਸੀਂ ਲੜੀਵਾਰ ਵਿਚਾਰ ਜੋ ਸ਼ੁਰੂ ਕੀਤੀ ਸੀ, 73 ਪੌੜੀਆਂ ਦੇ ਵਿਚਾਰ ਸਫਲਤਾ ਤੋਂ ਬਾਅਦ ਅਸੀਂ ਸਿੱਧ ਗੋਸ਼ਟ ਦੀ ਸਮਰੀ ਜੋ ਹੈ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ। ਕੱਲ ਤੱਕ ਜੋ ਵਿਚਾਰ ਅਸੀਂ 2 ਦਿਨਾਂ ਦੇ ਵਿੱਚ ਕੀਤੀ, ਉਸ ਵਿਚਾਰ ਦੇ ਵਿੱਚ ਸਿੱਧ ਗੋਸ਼ਟ ਕਿਵੇਂ ਆਈ, ਕਿੱਥੋਂ ਉਚਾਰਨ ਕੀਤੀ ਗਈ, ਗੁਰੂ ਸਾਹਿਬ ਜੀ ਕਿੰਨੀਆਂ ਉਦਾਸੀਆਂ ਕੀਤੀਆਂ, ਸਿੱਧ ਗੋਸ਼ਟ ਦਾ ਮਜ਼ਮੂਨ ਜਿਹੜਾ ਕੀ ਹੈ, ਇਸ ਕੁਝ ਵਿਚਾਰਾਂ ਅਸੀਂ ਕੀਤੀਆਂ। ਕੱਲ ਦੀ ਵਿਚਾਰ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ ਸਿੱਧ ਗੋਸ਼ਟ ਦਾ ਜੋ ਪੌੜੀ ਵਾਈਜ਼ ਭਾਵ ਹੈ, ਉਹ 'ਚ ਕੁਐਸਚਨ ਅਤੇ ਸਵਾਲ ਕਿਹੜੇ ਆਏ ਹਨ, ਉਸ ਨੂੰ ਦੁਬਾਰਾ ਸੰਖੇਪ ਵਿੱਚ ਰਿਪੀਟ ਕਰਦਿਆਂ ਹੋਇਆਂ ਪਹਿਲੀ ਪੌੜੀ ਮੰਗਲਾਚਰਨ ਦੀ ਹੈ। ਇਸ ਵਿੱਚ ਉਹ ਸਭਾ ਦੀ ਵਡਿਆਈ ਕੀਤੀ ਗਈ ਹੈ, ਜਿਸ ਸਭਾ ਦੇ ਵਿੱਚ ਪਰਮਾਤਮਾ ਦੀ ਗੱਲ ਹੋਵੇ, ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਹੋਵੇ, ਜਿੱਥੇ ਪਰਮੇਸ਼ਰ ਦੀਆਂ ਵਡਿਆਈਆਂ ਹੋਣ, ਜਿੱਥੇ ਕਰਤਾਰ ਦੀ ਸਿਫਤ ਸਲਾਹ ਹੋਵੇ, ਔਰ ਜਿਹਦੇ ਨਾਲ ਉਹਦੇ ਨਾਲ ਮਿਲਾਪ ਦੀ ਗੱਲ ਜਿਹੜੀ ਉਹ ਕੀਤੀ ਜਾਏ। तो पहली पौड़ी गुरु साहब जी ने ये सारा कुछ दसिया भी साड़ी गोष्ट करने का मुख भाव जोड़ा है वो परमेश्वर नाल मिलाप का है। तो दूजी उस तो बाद पहली पौड़ी दे विच अगों जो सवाल हैं वो शुरू हो जाते हैं। दूजी ते तीजी पौड़ी दे विच दूजी पौड़ी में जिहड़े सवाल है उस तो बाद सौरी रहाव की पंक्ति है। तो रहाव की पंक्ति में गुरु साहब जी ने अपने इस सिद्ध गोष्ट बाणी का पूरा भाव जोड़ा है वो दसिया, क्या भवियां सच सूचा होए। ये विचार इहदा जो सिद्ध गोष्ट का है भी आम तौर पर उस वेले दुनिया समझती सी कि तीर्थ यात्रा करिए, इशनान करिए, दान दईए, घर बार छड़ दईए, तुरे फिरिए जंगलों के विच, उहदे नाल रब की प्राप्ति हो जाती है। पर सतगुरु जी ने जिहड़ा जवाब दिता, कहते नहीं, मनुख नूं अपनी प्राप्ति का, जीवन की प्राप्ति का लक्ष्य जिहड़ा है, निशाना जिहड़ा वो सच नूं बनाउणा चाहीदा है। जब तक साडी जीवन का निशाना सच नहीं बनता, सच की प्राप्ति के साधन भी सानूं पता नहीं लगते। तो सतगुरु जी ने गुरबाणी दे विच तीर्थ नहावन जाऊं, तीर्थ नाम है, तीर्थ शब्द विचार, अंतर ज्ञान है, गुर ज्ञान साचा थान तीर्थ 10 पुर सदा दसाहरा, हो नाम हर का सदा जांचू देह प्रभ धरनी धरा, संसार रोगी नाम दारू मैल लागे सच बिना, गुरवाक निर्मल सदा चानन निसाज तीर्थ मजना। ये 687 अंक ते गुरु पातशाह ने ये विचार दिते। असी जे जप की बाणी पढ़ते हैं, रोज़ असी जिहदा पाठ भी करते हैं, कहते ने तीर्थ नावा जे तिस भावा बिन भाणे के लाए करी, की लाभ है जो दी दर ते प्रवान ही नहीं होना। तो सिद्धांत ये है कि हृदय में सच वसन नाल ही मनुख सच्चा हो सकता, बाहर फिरन नाल, इशनान करन दे नाल ये सच्चा नहीं हुंदा, ते ना ही ये सुच्चा हुंदा है, ना ही सच्चा हुंदा है। आपां आसा की वार च पढ़ते हैं, सुच्चे ये ना आखियां बहन पिंडा धोए, सुच्चे सही नानका जिन मन वसिया सोए। तो ये गल याद रखने वाली है, जो तत्त की गल गुरु साहब जी ने सानू समझाई है भी क्या भवियां सच सूचा होए। दी मतलब कि क्या भवियां क्या ढूंढिए गुर शब्द दिखाया,
ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ। ਇਹ ਗੁਰੂ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਸਾਨੂੰ ਸੰਕੇਤ ਜਿਹੜੇ ਹਨ ਉਹ ਦਿੱਤੇ ਹਨ। ਤੋ ਇਹ ਰਾਉ ਦੀ ਪੰਕਤੀ ਦਾ ਮੁੱਖ ਭਾਵ ਹੈ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਹੈ ਉਹ ਦਿੱਤਾ ਹੈ। ਇਸ ਤੋਂ ਅੱਗੇ ਪ੍ਰਸ਼ਨ ਉੱਤਰ ਜਿਹੜੇ ਹਨ ਉਹ ਸ਼ੁਰੂ ਹੁੰਦੇ ਨੇ। ਉਹ ਪਹਿਲੇ ਦੂਜੀ ਤੇ ਤੀਜੀ ਪੌੜੀ ਦੇ ਵਿੱਚ ਉਹ ਪ੍ਰਸ਼ਨ ਉੱਤਰ ਹਨ। ਚਰਪੜ ਜੋਗੀ ਵੱਲੋਂ ਪ੍ਰਸ਼ਨ ਹੈਗੇ, ਉਹਦੇ 'ਚੋਂ ਪੁੱਛਿਆ ਵੀ ਤੁਸੀਂ ਕੌਣ ਹੋ। ਪਹਿਲਾ ਸਵਾਲ ਇਹ ਕੀਤਾ ਗਿਆ। ਉਸ ਤੋਂ ਬਾਅਦ ਸੀ ਤੁਹਾਡਾ ਕੀ ਨਾਮ ਹੈ, ਤੁਹਾਡਾ ਮਤ ਕੀ ਹੈ, ਤੁਹਾਡੇ ਮਤ ਦਾ ਕੀ ਮਨੋਰਥ ਹੈ, ਤੁਸੀਂ ਕਿਸ ਦੇ ਆਸਰੇ ਤੇ ਸ਼ਾਂਤ ਰਹਿੰਦੇ ਹੋ, ਤੁਹਾਡੀ ਸੁਰਤ ਕਿਸ ਵਿੱਚ ਜੁੜਦੀ ਹੈ, ਕਿੱਥੋਂ ਆਉਂਦੇ ਹੋ, ਕਿੱਥੇ ਜਾਂਦੇ ਹੋ। ਇਹ ਕੁਝ ਸਵਾਲ ਸਨ ਜਿਹੜੇ ਉਹਨਾਂ ਨੇ ਕੀਤੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਵਾਬ ਦਿੱਤਾ, ਮੇਰਾ ਮਤ ਸਤ ਸੰਗਤ ਦਾ ਆਸਰਾ ਲੈ ਕੇ ਪ੍ਰਭੂ ਦਾ ਸਿਮਰਨ ਕਰਨਾ ਹੈ, ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਹੈ। ਮਨੁੱਖ ਦੀ ਸਭ ਤੋਂ ਵੱਡੀ ਸਿਆਣਪ ਵੀ ਇਹੀ ਹੈ ਕਿ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਆਪ ਨੂੰ ਪਛਾਣੇ ਤੇ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਰਹੇ। ਇਹ ਉਹਦਾ ਉੱਤਰ ਗੁਰੂ ਪਾਤਸ਼ਾਹ ਨੇ ਸੰਖੇਪ ਵਿੱਚ ਦਿੱਤਾ, ਕਿਉਂਕਿ ਡਿਟੇਲ ਵਿੱਚ ਇਹਦੇ ਉੱਤਰ ਆਪਾਂ ਜਿਹੜੇ ਹਨ ਉਹ ਪਹਿਲਾਂ ਕਰ ਚੁੱਕੇ ਹਾਂ। ਤੋਂ ਅੱਗੇ ਪੌੜੀ ਨੰਬਰ 4 ਤੇ ਪੌੜੀ ਨੰਬਰ 5 ਦੇ ਵਿੱਚ ਸਵਾਲ ਜਵਾਬ ਹਨ। ਤੇ ਪੌੜੀ ਨੰਬਰ 4 ਵਿੱਚ ਹੈ ਵੀ ਇਹ ਸੰਸਾਰ ਇੱਕ ਐਸੇ ਸਮੁੰਦਰ ਵਰਗਾ ਹੈ ਜਿਸ ਚੋਂ ਪਾਰ ਲੰਘਣਾ ਬੜਾ ਔਖਾ ਹੈ। ਤੇ ਅੱਗੋਂ ਉਹਨਾਂ ਨੇ ਸਿੱਧਾ ਨੇ ਸਵਾਲ ਕੀਤਾ ਸੀ ਗੁਰੂ ਅੱਗੇ, ਪਾਤਸ਼ਾਹ ਤੁਸੀਂ ਦੱਸੋ ਕਿ ਤੁਹਾਡਾ ਮਾਰਗ ਕੀ ਕਹਿੰਦਾ ਹੈ, ਤੁਹਾਡਾ ਮਤ ਕੀ ਕਹਿੰਦਾ ਹੈ ਵੀ ਇਸ ਸੰਸਾਰ ਤੋਂ ਪਾਰ ਕਿਸ ਢੰਗ ਨਾਲ ਲੰਘਿਆ ਜਾਵੇ, ਕੀ ਤਰੀਕਾ ਹੈ ਕਿ ਇਸ ਸੰਸਾਰ ਭਵਜਲ ਤੋਂ ਜਿਹੜਾ ਹੈ ਉਹ ਪਾਰ ਹੋ ਸਕੀਏ। ਤਾਂ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਇਸ ਦਾ ਉੱਤਰ ਦਿੱਤਾ, ਬੜਾ ਸੰਖੇਪ ਜਿਹਾ ਉੱਤਰ ਸਤਿਗੁਰੂ ਜੀ ਨੇ ਦਿੱਤਾ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦਾ ਉੱਤਰ ਸੀ, ਜੋ ਮਨੁੱਖ ਗੁਰੂ ਸ਼ਬਦ ਦੀ ਰਾਹੀਂ ਇੱਕ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ, ਉਹ ਦੁਨਿਆਵੀ ਆਸਾਂ ਤੋਂ ਦੇ ਜਾਲ ਤੋਂ ਬਚ ਜਾਂਦਾ ਹੈ। ਜਦੋਂ ਆਸਾ ਤੇ ਤ੍ਰਿਸ਼ਨਾ ਦੀ ਬਾਹੀ ਤੋਂ ਬਚ ਗਿਆ, ਇਸ ਤਰ੍ਹਾਂ ਫਿਰ ਜਗਤ ਵਿੱਚ ਕਿਰਤਕਾਰ ਕਰਦਾ ਹੋਇਆ, ਆਪਣੇ ਕੰਮ ਧੰਦੇ ਕਰਦਾ ਹੋਇਆ ਇਹ ਅਛੋਹ ਰਹਿੰਦਾ ਹੈ, ਉਹਨਾਂ ਦੀ ਮਾਇਆ ਦੀ ਪਕੜ ਤੋਂ ਅਛੋਹ ਰਹਿੰਦਾ ਹੈ। ਜਿਵੇਂ ਪਾਣੀ ਵਿੱਚ ਕਵਲ ਦਾ ਫੁੱਲ ਤੇ ਜਿਹੜਾ ਆਪਣੀ ਪੰਖੜੀਆਂ ਨੂੰ ਭਿੱਜਣ ਨਹੀਂ ਦਿੰਦਾ, ਤੇ ਦੂਸਰੀ ਮੁਰਗਾਬੀ ਦੀ ਉਦਾਹਰਨ ਗੁਰੂ ਪਾਤਸ਼ਾਹ ਨੇ ਦਿੱਤੀ ਵੀ ਉਹਦੇ ਖੰਭ ਜਿਹੜੇ ਹਨ ਉਹ ਭਿੱਜਦੇ ਨਹੀਂ। ਤੇ ਅਗਲਾ ਸਵਾਲ ਉਹਨਾਂ ਨੇ ਕੀਤਾ, ਇਹ ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਲੱਭ ਪਿਆ ਹੈ। ਜੇ ਸਿੱਧਾਂ ਨੇ 6ਵੀਂ ਪੌੜੀ ਦੇ ਵਿੱਚ ਇਹ ਪ੍ਰਸ਼ਨ ਗੁਰੂ ਜੀ ਦੇ ਅੱਗੇ ਰੱਖੇ ਤੇ ਨਾਲ ਹੀ ਇਹਦਾ ਉੱਤਰ ਗੁਰੂ ਪਾਤਸ਼ਾਹ ਜੀ ਨੇ ਦੇ ਦਿੱਤਾ ਕਿ ਗੁਰੂ ਦੇ ਮਿਲਣ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਚੰਚਲ ਮਨ ਚੰਚਲਤਾ ਛੱਡ ਕੇ, ਆਪਣੀ ਚਲਾਕੀ ਛੱਡ ਕੇ ਪ੍ਰਭੂ ਦੀ ਯਾਦ ਵਿੱਚ ਜੁੜ ਜਾਵੇ, ਪ੍ਰਭੂ ਦਾ ਨਾਮ ਜ਼ਿੰਦਗੀ ਦਾ ਆਸਰਾ ਬਣ ਜਾਵੇ, ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਦੋਂ ਸਾਡਾ ਮਨ ਜਿਹੜਾ ਹੈ ਗੁਰੂ ਦੇ ਰਸਤੇ ਤੇ ਤੁਰ ਪਿਆ ਹੈ, ਸਾਨੂੰ ਗੁਰੂ ਮਿਲ ਪਿਆ ਹੈ। ਇੱਥੇ ਥੋੜੀ ਜਿਹੀ ਡਿਟੇਲ ਜੀ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਵੀ ਗੁਰੂ ਦਾ ਮਤ ਕੇਵਲ ਅਸੀਂ ਬਾਹਰਲੀ ਰਹਿਤ ਨਾਲ ਸੰਬੰਧ ਨਹੀਂ, ਬਾਹਰਲੀ ਰਹਿਤ ਸਾਡਾ ਡਿਸਪਲਿਨ ਹੈ। ਗੁਰੂ ਦੇ ਮਤ ਦੇ ਚੱਲਣ ਲਈ ਅੰਦਰਲੀ ਰਹਿਤ ਰੱਖਣੀ ਬੜੀ ਜ਼ਰੂਰੀ ਹੈ, ਉਹ ਵੀ ਬੜੀ ਜ਼ਰੂਰੀ ਹੈ। ਦੋਨਾਂ ਦਾ ਸੁਮੇਲ ਹੈ ਸਿੱਖੀ ਜਿਹੜੀ ਹੈ, ਅੰਦਰੋਂ ਤੇ ਬਾਹਰੋਂ, ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ। ਇਹ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਇਹ ਅਕਾਲ ਪੁਰਖ ਦੀ ਮਿਹਰ ਨਾਲ ਹੁੰਦਾ ਸਾਰਾ ਕੁਝ। ਜਦੋਂ ਉਹਦੇ ਦਰ ਤੇ ਅਰਦਾਸ ਕਰੀਏ, ਉਹਦੀ ਮਿਹਰ ਲਈ ਬੇਨਤੀ ਕਰੀਏ, ਉਸ ਕਰਤਾਰ ਦੀ ਬਖਸ਼ਿਸ਼ ਲਈ ਅਰਦਾਸ ਬੇਨਤੀ ਕਰਦੇ ਰਹੀਏ, ਤਾਂ ਫਿਰ ਮਨ ਜਿਹੜਾ ਹੈ ਚਲਾਕੀਆਂ ਛੱਡ ਕੇ ਇਹ ਗੁਰੂ ਅਨੁਸਾਰੀ ਹੋ ਜਾਂਦਾ ਹੈ। ਇਹ 6ਵੀਂ ਪੌੜੀ ਦੇ ਵਿੱਚ ਸਵਾਲ ਸੀ ਜਿਹੜੇ ਸਿੱਧਾ ਨੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਜਿਹੜੇ ਸਨ ਉਹ ਰੱਖੇ ਹਨ। ਇਸ ਤੋਂ ਅੱਗੇ ਪੌੜੀ ਨੰਬਰ 7 ਵਿੱਚ ਸਿੱਧਾ ਵੱਲੋਂ ਆਪਣੇ ਮਾਰਗ ਦੀ ਵਡਿਆਈ ਕੀਤੀ ਹੈ ਤੇ ਯੋਗ ਦੀ ਯੁਕਤੀ ਜਿਹੜੀ ਹੈ ਉਹ ਦੱਸੀ ਹੈ। ਤੋ 7 ਤੇ 8 ਦੋ ਪੌੜੀਆਂ ਦੇ ਵਿੱਚ ਅੱਗੋਂ ਲੋਹਾ ਰੀਪਾ ਦੀ ਗੱਲ ਜਿਹੜੀ ਸ਼ੁਰੂ ਹੁੰਦੀ ਹੈ। ਸੰਸਾਰ ਸਮੁੰਦਰ ਤੋਂ ਨਿਰਲੇਪ ਰਹਿਣ ਦੀ ਜੋ ਯੁਕਤੀ ਲੋਹਾ ਰੀਪਾ ਦੱਸਦਾ ਸੀ ਜੋਗੀਆਂ ਦਾ ਆਗੂ, ਉਹ ਕਹਿੰਦਾ ਦੁਨੀਆ ਦੇ ਧੰਦਿਆਂ ਤੋਂ ਵੱਖਰੇ ਰਹਿ ਜਾਣਾ, ਘਰ-ਬਾਰ ਛੱਡ ਕੇ ਰੁੱਖਾਂ ਹੇਠ ਟਿਕਾਣਾ ਕਰਨਾ, ਕੰਧ ਮੂਲ ਖਾਣਾ, ਗੁਜ਼ਾਰਾ ਕਰਨਾ, ਤੀਰਥਾਂ ਤੇ ਇਸ਼ਨਾਨ ਕਰਨੇ। ਇਸ ਤਰ੍ਹਾਂ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਮਨ ਸੁਖੀ ਰਹਿੰਦਾ। ਇਹ ਮਤ ਜੋਗੀਆਂ ਦਾ ਮਤ ਸੀ, ਸਿੱਧਾਂ ਦਾ ਮਤ ਸੀ। ਤਾਂ ਸਤਿਗੁਰੂ ਜੀ ਨੇ 8ਵੀਂ ਪੌੜੀ ਦੇ ਵਿੱਚ ਇਹਦਾ ਉੱਤਰ ਜਿਹੜਾ ਦਿੱਤਾ, ਉਹ ਕਹਿੰਦੇ ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹ ਘਰ-ਬਾਰ ਹੀ ਹੁੰਦਿਆਂ ਹੋਇਆਂ ਵੀ ਧੰਦਿਆਂ ਚੋਂ ਖਿੱਚਤ ਨਹੀਂ ਹੁੰਦਾ।
उसका मन सदा अडोल रहिंदा है। कोई संसारिक चस्के जिहड़े हन ਉਹਨੂੰ ਧੋ नहीं सकते। तो ये गल जिहड़ी सी गुरु पातशाह ने संखेप जिहा उत्तर जिहड़ा है वो दसता। तो हुण साडे सामने जिहड़ियां असीं पौड़ियां दी विचार कीती, पौड़ी नंबर 4 ते 5 ਉਹਦੇ 'ਚ संसार सागर तो पार होण दा सिद्धा ने बड़ा औखा जिहा ढंग दस्सिया सी। ਜਦੋਂ ਸਿੱਧਾ ਨੇ ਸੰਤ ਸਭਾ ਵਿੱਚ ਵਿਚਾਰ ਪੁੱਛੀ ਗੁਰੂ ਨਾਨਕ ਦੇਵ ਜੀ ਤੋਂ, ਸ਼ਬਦ ਸੁਰ ਦੇ ਸਤਿਗੁਰੂ ਜੀ ਨੇ ਕਿਹਾ ਸ਼ਬਦ ਸੁਰ ਦੇ ਮੇਲ ਨਾਲ ਹੀ ਗੱਲ ਹੋਣੀ ਹੈ। ਪਰਮੇਸ਼ਰ ਦਾ ਨਿਰੰਤਰ ਨਾਮ ਜਦੋਂ ਟਿਕਿਆ ਰਵੇ ਸਾਡੀ ਸੁਰਤ ਦੇ ਵਿੱਚ, ਉਹਦੀ ਯਾਦ ਵਿੱਚ ਜੁੜੇ ਰਹੀਏ ਤਾਂ ਸਾਡੇ ਅੰਦਰ ਪਵਿੱਤਰਤਾ ਹੋ ਜਾਂਦੀ ਹੈ। ਪਰ ਗੁਰੂ ਦਾ ਮਿਲਾਪ ਤਾਂ ਹੁੰਦਾ ਜੇ ਅਸੀਂ ਆਪਣੀ ਮਤ ਤਿਆਗ ਕੇ ਤੇ ਗੁਰੂ ਦੀ ਮਤ ਜਿਹੜੀ ਹੈ ਉਹਨੂੰ ਗ੍ਰਹਿਣ ਕਰ ਲਈਏ। ਇਹ ਗੁਰੂ ਪਾਤਸ਼ਾਹ ਜੀ ਨੇ ਇਹ ਸਾਨੂੰ ਇਹ ਸਿਧਾਂਤ ਜਿਹੜਾ ਸੀ ਦਿੱਤਾ। 6 ਨੰਬਰ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਤੱਤ ਹੈ ਉਹ ਸੀ ਸਵਾਲ ਵੀ ਪ੍ਰਭੂ ਦਾ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੋਵੇ, ਜੋ ਸਿੱਧਾਂ ਦਾ ਸਵਾਲ ਸੀ। ਗੁਰੂ ਜੀ ਨੇ ਉੱਤਰ ਦਿੱਤਾ ਕਿ ਜਦੋਂ ਸੰਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਲਿਆ ਜਾਵੇ ਤੇ ਉਹਦੀ ਸੋਚ ਉਧਰ ਸਾਡੀ ਲੱਗ ਜਾਏ, ਗੁਰੂ ਨੂੰ ਸਾਰੀ ਹੋ ਜਾਏ, ਸੱਚੇ ਨਾਲ ਫਿਰ ਪਿਆਰ ਬਣ ਜਾਂਦਾ ਹੈ। ਸੁੱਤੇ ਸਿੱਧ ਫਿਰ ਆਪਣੇ ਆਪ ਹੀ ਉਹਦੇ ਨਾਲ ਮੇਲ ਹੁੰਦਾ ਹੈ। ਇਹਦੇ ਨਾਲ ਹੋਰ ਕੋਈ ਖਾਸ ਉਪਰਾਲੇ ਕਰਨ ਦੀ ਲੋੜ ਨਹੀਂ ਹੈ। ਕੇਵਲ ਮਨ ਦੀ ਚੰਚਲਤਾ ਤਿਆਗ ਕੇ ਗੁਰੂ ਅਨੁਸਾਰੀ ਹੋਣ ਦੀ ਲੋੜ ਹੈ, ਪਰ ਗੁਰੂ ਇਹਨੂੰ ਮਾਰਗ ਤੇ ਪਾਉਂਦਾ ਹੈ। ਹੁਣ ਸਿੱਧ ਜਿਹੜੇ ਸਨ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣੇ ਮੱਤ ਵਿੱਚ ਲਿਆਉਣ ਦੇ ਯਤਨ ਕਰਦੇ ਸੀ ਵੀ ਕਿਸੇ ਤਰ੍ਹਾਂ ਗੁਰੂ ਨਾਨਕ ਸਾਡੇ ਮੱਤ ਵਿੱਚ ਆ ਜਾਣ। ਉਹਨਾਂ ਨੇ ਹੁਣ ਨਵੀਂ ਗੱਲ ਚਲਾਤੀ ਵੀ ਹਾਟੀ ਬਾਟੀ ਛੱਡ ਕੇ ਤੇ ਜੰਗਲਾਂ ਵਿੱਚ ਜਾ ਕੇ ਰੁੱਖਾਂ ਹੇਠ ਬੈਠ ਕੇ ਇਹ ਸ਼ੱਕਰਕੰਦੀਆਂ ਜਾਂ ਮੂਲੀਆਂ ਗਾਜਰਾਂ ਜਾਂ ਇਹਨੂੰ ਕੰਧ ਮੂਲ ਅਸੀਂ ਕਹਿੰਦੇ ਹਾਂ ਜੋ ਜ਼ਮੀਨ ਦੇ ਵਿੱਚ ਪੈਦਾ ਹੁੰਦੇ ਨੇ, ਕੰਧ ਮੂਲ ਦਾ ਆਪਾਂ ਵਿਚਾਰ ਕੀਤੀ ਸੀ ਵੀ ਅਲੱਗ ਤਰ੍ਹਾਂ ਦਾ ਇੱਕ ਹੋਰ ਵੀ ਜਿਹੜੀ ਬੂਟੀ ਹੈ ਜਿਹਦੀਆਂ ਜੜ੍ਹਾਂ ਥੱਲੇ ਹੁੰਦੀਆਂ ਨੇ ਤੇ ਉਹ ਜਿਹੜੀ ਕੰਧ ਮੂਲ ਉਹਨੂੰ ਕਿਹਾ ਜਾਂਦਾ ਹੈ। ਖੈਰ ਇਹ ਮਸਲਾ ਇੰਨਾ ਨਹੀਂ, ਸਿਰਫ ਇੰਨੀ ਗੱਲ ਸਮਝਣ ਦੀ ਲੋੜ ਹੈ ਕਿ ਆਹਾਰ ਜਿਹੜਾ ਤਿਆਗ ਕੇ ਤੇ ਉਹ ਦੂਜੇ ਪਾਸੇ ਜਿਹੜਾ ਕੰਮ ਸੀ ਉਹ ਕਰਦੇ ਸੀ। ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਇੱਥੇ ਸਮਝਾ ਦਿੱਤੀ ਵੀ ਇਹਨਾਂ ਨੂੰ ਧਿਆਨ ਦੀ ਲੋੜ ਨਹੀਂ, ਇਸ਼ਨਾਨ ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਤੇ ਗੁਰੂ ਸਾਹਿਬ ਜੀ ਨੇ ਫਿਰ ਇਹ ਬੜਾ ਸਿੱਧਾ ਜਵਾਬ ਦਿੱਤਾ ਵੀ ਤੁਹਾਡਾ ਜਿਹੜਾ ਮਤ ਹੈ ਉਹ ਇਹ ਗੱਲ ਸਮਝਾਉਂਦਾ, ਪਰ ਮੇਰਾ ਮਤ ਇਹ ਨਹੀਂ ਕਹਿੰਦਾ। ਸਤਿਗੁਰੂ ਕਹਿੰਦੇ ਇਹ ਉਦੋਂ ਗਿਆਨ ਦੁਆਰਾ ਪਰਮੇਸ਼ਰ ਤੋਂ ਮਿਲੇ ਹੋਏ ਗਿਆਨ ਨਾਲ, ਗੁਰੂ ਤੋਂ ਮਿਲੇ ਹੋਏ ਗਿਆਨ ਦੇ ਨਾਲ ਉਹ ਗੱਲਾਂ ਕਰੀਏ ਤਾਂ ਫਿਰ ਗੱਲਬਾਤ ਬਣਦੀ ਹੈ। ਤੇ ਜਿਹੜੇ ਸਤਿਗੁਰੂ ਜੀ ਨੇ ਕਿਹਾ ਸੀ ਹਾਟੀ ਬਾਟੀ ਨੀਂਦ ਨਾ ਆਵੇ, ਜੇ ਆਪਾਂ ਜਦੋਂ ਵਿਚਾਰ ਕੀਤੀ ਸੀ ਵੀ ਲੋਹਾ ਰੀਪਾ ਜੋਗੀ ਦੀ ਵਿਚਾਰ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਅੱਗੋਂ ਫਿਰ ਜਵਾਬ ਦਿੱਤਾ ਬਈ ਮਨੁੱਖ ਭਾਵੇਂ ਘਰ ਵਿੱਚ ਹੋਵੇ ਤੇ ਭਾਵੇਂ ਬਾਹਰ ਵਿੱਚ ਹੋਵੇ, ਭਾਵੇਂ ਰਸਤੇ ਵਿੱਚ ਹੋਵੇ, ਉਹਨੂੰ ਨੀਂਦ ਨਾ ਆਵੇ, ਭਾਵ ਇਹਨਾਂ ਵਿੱਚ ਖੁੱਭੇ ਨਾ। ਘਰ ਵਿੱਚ ਮਾਲ ਤਨ ਪਦਾਰਥ ਇਸਤਰੀ ਉਤਰੇ ਆਪਣਾ ਮਨ ਡੋਲਣ ਨਾ ਦਵੇ। ਨਾਮ ਤੋਂ ਬਿਨਾਂ ਮਨੁੱਖੀ ਮਨ ਟਿਕਦਾ ਹੀ ਨਹੀਂ, ਭਾਵ ਅਸਤਰ ਹੁੰਦਾ ਹੀ ਨਹੀਂ। ਮਾਇਆ ਦੀ ਤ੍ਰਿਸ਼ਨਾ ਦੀ ਭੁੱਖ ਵੀ ਦੂਰ ਨਹੀਂ ਹੁੰਦੀ। ਗੁਰੂ ਨੇ ਅਸਲ ਵਿੱਚ ਸਾਨੂੰ ਇਹ ਮਾਰਗ ਦੀ ਗੱਲ ਜਿਹੜੀ ਹੈ ਇਹ ਸਮਝਾਈ ਹੈ, ਜਿਹੜੀ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਂਦੇ ਹਨ। ਅਗਲੀਆਂ ਪੌੜੀਆਂ ਦੇ ਵਿੱਚ 9, 10, 11 ਪੌੜੀਆਂ ਦੇ ਵਿੱਚ ਜੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਜਿਹੜੇ ਸਵਾਲ ਕੀਤੇ, ਪੌੜੀ ਨੰਬਰ 9 ਦੇ ਵਿੱਚ 3 ਪੰਕਤੀਆਂ ਜੋਗਮਾਤ ਦੀਆਂ ਹਨ। ਪੌੜੀ ਨੰਬਰ 9 ਦੇ ਵਿੱਚ ਪਹਿਲੀਆਂ 3 ਪੰਕਤੀਆਂ ਉਹ ਕਹਿੰਦੇ ਨੇ ਸਾਡੇ 6 ਭੇਖ ਹਨ। ਇੱਕ ਭੇਖ ਜੋਗੀ ਪੰਥ ਹੈ, ਉਹਦੇ ਅੱਗੋਂ 12 ਫਿਰਕੇ ਹਨ। ਉਹਨਾਂ ਵਿੱਚੋਂ ਆਈ ਫਿਰਕਾ ਸਭ ਤੋਂ ਸ੍ਰੇਸ਼ਟ ਹੈ। ਤੁਸੀਂ ਇਹਨੂੰ ਗ੍ਰਹਿਣ ਕਰ ਲਓ, ਮੁੰਦਰਾਂ ਪਾ ਲਓ, ਗੋਦੜੀ ਪਾ ਲਓ, ਝੋਲੀ ਪਹਿਨ ਲਓ ਤੇ ਜੋਗੀ ਬਣ ਜਾਓ, ਜੋਗ ਧਾਰਨ ਕਰ ਲਓ। ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਜਦੋਂ ਅਸੀਂ ਇਹ ਗੋਦੜੀ ਸਿੱਧ ਕਹਿਣ ਲੱਗੇ ਜਦੋਂ ਗੋਦੜੀ ਪਾ ਲਈਏ, ਮੁੰਦਰਾਂ ਪਾ ਲਈਏ ਤੇ ਫਿਰ ਅਸੀਂ ਮਨ ਮਾਇਆ ਦੀ ਚੋਟ ਤੋਂ ਬਚ ਜਾਂਦਾ ਹੈ। ਇਹ ਉਹਦਾ ਜਵਾਬ ਸੀ। ਅੱਗੋਂ ਫਿਰ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਜੀ ਦਾ ਉੱਤਰ ਸੀ ਵੀ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਕਰਨ ਦੀਆਂ ਮੁੰਦਰਾਂ ਹਨ। ਮੈਂ ਤੁਹਾਡੇ ਵਰਗੀਆਂ ਮੁੰਦਰਾਂ ਨਹੀਂ ਪਾਉਂਦਾ। ਹਰ ਥਾਂ ਦੇ ਪ੍ਰਭੂ ਨੂੰ ਵਿਆਪਕ ਜਾਣਨਾ ਇਹ ਗੋਦੜੀ ਹੈ, ਝੋਲੀ ਹੈ। ਨਾਮ ਦੀ ਬਰਕਤ ਨਾਲ ਸੰਸਾਰਕ ਇੱਛਾਵਾਂ ਤੋਂ, ਸੰਸਾਰਕ ਖਾਸ਼ਾਂ ਤੋਂ ਮੁੜੀ ਹੋਈ ਸੁਰਤ ਜਿਹੜੀ ਹੈ ਉਹ ਮੇਰਾ ਖੱਪਰ ਹੈ। ਸੰਸਾਰ ਨੂੰ ਵਿਕਾਰਾਂ ਤੋਂ ਪਵਿੱਤਰ ਰੱਖਣਾ ਮੇਰਾ ਆਸਣ ਹੈ। ਸੰਸਾਰ ਨੂੰ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਮੇਰਾ ਆਸਣ ਹੈ। ਗੁਰੂ ਪਾਤਸ਼ਾਹ ਜੀ ਨੇ ਆਪਣੇ ਯੋਗ ਦੀ ਗੱਲ ਕੀਤੀ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਯੋਗ ਹੈ। ਵਸ ਵਿੱਚ ਆਇਆ ਹੋਇਆ ਮਨ ਕਹਿੰਦੇ ਮੇਰੀ ਲਗੋਟੀ ਹੈ। ਤੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਨੂੰ ਸਿਮਰੀਏ ਤਾਂ ਗੱਲ ਜਿਹੜੀ ਬਣ ਜਾਂਦੀ ਹੈ।
ਹੁਣ ਦੇਖੋ ਚਰਪੜ ਜੋਗੀ ਨੇ ਜੋ ਦੋ ਪ੍ਰਸ਼ਨ ਕੀਤੇ ਪੌੜੀ ਨੰਬਰ 4 ਤੇ 6 ਵਿੱਚ ਦਰਜ ਸੀ। ਲੋਹਾ ਰਿਪਾ ਜੋਗੀ ਨੇ ਆਪਣੇ ਮਤ ਦੀ ਵਡਿਆਈ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਯੋਗ ਮਤ ਧਾਰਨ ਕਰਨ ਦੀ ਪ੍ਰੇਰਨਾ ਕੀਤੀ ਹੈ। ਇਹ ਜ਼ਿਕਰ ਦਾ ਇਸ ਦਾ ਉੱਤਰ 9, 10 ਤੇ 11 ਪੌੜੀਆਂ ਵਿੱਚ ਆਉਂਦਾ ਹੈ। ਇਸ ਤੋਂ ਅੱਗੇ ਫਿਰ ਜੋਗੀਆਂ ਵੱਲੋਂ ਪ੍ਰਸ਼ਨ ਜਿਹੜੇ ਹਨ ਉਹ ਸਤਿਗੁਰੂ ਪੁੱਛੇ ਗਏ ਹਨ ਔਰ ਸਤਿਗੁਰੂ ਜੀ ਨੇ ਫਿਰ ਉਹਨਾਂ ਦੇ ਇਹ ਉੱਤਰ ਦਿੱਤੇ ਹਨ। ਪਰ ਇੱਥੇ ਕਿਸੇ ਖਾਸ ਜੋਗੀ ਦਾ ਨਾਮ ਨਹੀਂ ਹੈ ਕਿ ਖਾਸ ਜੋਗੀ ਦਾ ਨਾਮ ਜਿਹੜਾ ਉਹਦੇ ਕਿਤੇ ਆਇਆ ਹੋਵੇ। ਤੋ ਸਤਿਗੁਰੂ ਜੀ ਨੇ ਜਿਹੜੀ ਗੱਲ ਇਹਨਾਂ ਪੌੜੀਆਂ ਦੇ ਵਿੱਚ ਸਮਝਾਈ ਉਹ ਇਹੋ ਹੀ ਗੱਲ ਸਮਝਾ ਦਿੱਤੀ ਵੀ ਅਸੀਂ ਨਾ ਇਹਨਾਂ ਚੀਜ਼ਾਂ ਨੂੰ ਮੰਨਦੇ ਹਾਂ, ਨਾ ਸਾਡਾ ਇਹ ਮਤ ਹੈ। ਸਾਡਾ ਮਤ ਇਹਨਾਂ ਤੋਂ ਉੱਪਰ ਉੱਠ ਕੇ ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਹੈ। ਤੋ ਜੋਗੀ ਬਾਹਰਲੇ ਭੇਖ ਉੱਤੇ ਸੰਜਮ ਉੱਤੇ ਜ਼ੋਰ ਦਿੰਦਾ ਸੀ। ਜਦੋਂ ਯੋਗ ਮਤ ਦੀ ਗੱਲ ਕਰਦੇ ਆ ਤਾਂ ਉਹ ਬਾਹਰਲੇ ਭੇਖ ਤੇ ਬੜਾ ਜ਼ੋਰ ਦਿੰਦੇ ਸੀ ਤੇ ਬਾਹਰਲੇ ਪਹਿਰਾਵੇ ਦੀ ਬੜੀ ਗੱਲ ਕਰਦੇ ਸੀ। ਗੁਰੂ ਜੀ ਅੰਦਰਲੀ ਰਹਿਣੀ ਦੇ ਉੱਤੇ ਨਾਲ ਨਾਲ ਜ਼ੋਰ ਦਿੰਦੇ ਹਨ। ਕਹਿੰਦੇ ਨੇ ਬਾਹਰਲੀ ਰਹਿਣੀ ਤਦ ਹੀ ਪ੍ਰਵਾਨ ਹੈ ਜੇ ਅੰਦਰ ਦੀ ਰਹਿਤ ਪੱਕੀ ਹੋਵੇ। ਜਦ ਤੱਕ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਿਰੰਤਰ ਨਹੀਂ ਵਸਦਾ, ਲਗਾਤਾਰ ਨਹੀਂ ਵਸਦਾ, ਮਨ ਵਿਕਾਰਾਂ ਵੱਲੋਂ ਨਹੀਂ ਮੁੜਦਾ, ਤਦ ਤੱਕ ਮਨ ਤੇ ਤਨ ਤੋਂ ਹੋਮੇ ਦੇ ਪਦਾਰਥਾਂ ਦੀ ਮਮਤਾ ਕਦੀ ਵੀ ਨਹੀਂ ਦੂਰ ਹੁੰਦੀ। ਜਦ ਤੱਕ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਦਾ। ਝੋਲੀ, ਮੁੰਦਰਾ ਤੇ ਗੋਦੜੀ ਪਾਉਣ ਦਾ ਕੋਈ ਲਾਭ ਨਹੀਂ ਹੈ। ਲੋੜ ਹੈ ਸੱਚੇ ਸਾਹਿਬ ਦਾ ਨਾਮ, ਉਸ ਪਰਮੇਸ਼ਰ ਦਾ ਨਾਮ ਜੋ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ, ਉਹ ਜਪਿਆ ਜਾਵੇ। ਉਸ ਦੇ ਨਾਮ ਵਿੱਚ ਸੁਰਤ ਜੋੜੀ ਜਾਵੇ। ਜੇ ਭੇਖ ਧਾਰ ਕੇ ਮਨ ਕਾਬੂ 'ਚ ਨਹੀਂ ਆਇਆ ਤੇ ਸਾਰਾ ਅਡੰਬਰ ਤੁਹਾਡਾ ਅਡੰਬਰ ਹੈ, ਵਿਅਰਥ ਚਲਾ ਜਾਂਦਾ ਹੈ। ਤੋ ਸਤ, ਸੰਤੋਖ, ਸੰਜਮ ਇਹ ਦੇਵੀ ਗੁਣ ਹਨ, ਪਰਮਾਰਥ ਦੇ ਮਾਰਗ ਤੇ ਚੱਲਣ ਦੇ ਗੁਣ ਹਨ। ਇਹਨਾਂ ਦੇ ਨਾਲ ਅਗਿਆਨਤਾ ਨਾਸ਼ ਹੁੰਦੀ ਹੈ, ਗਿਆਨ ਦਾ ਵਾਸਾ ਹੁੰਦਾ ਹੈ ਤੇ ਗਿਆਨਤਾ ਜਿਹੜੀ ਹੈ ਨਾਸ਼ ਹੋ ਜਾਂਦੀ ਹੈ। ਇਹਨਾਂ ਨੂੰ ਧਾਰਨ ਕਰਨ ਦੇ ਨਾਲ ਮਨੁੱਖ ਦਾ ਸੁੱਤਾ ਹੋਇਆ ਮਨ ਜਿਹੜਾ ਜਾਗ ਉੱਠਦਾ ਹੈ ਤੇ ਗੁਰੂ ਦਾ ਨਾਮ ਚਿੱਤੇ ਕਰਨ ਨਾਲ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਚੇਂਜ ਆਉਂਦੀ ਹੈ। ਫਿਰ ਖੱਪਰ, ਟੂਪੀ, ਲਗੋਟੀ ਆਦਿ ਇਹਨਾਂ ਚੀਜ਼ਾਂ ਨੂੰ ਪਾਉਣ ਦੀ ਲੋੜ ਜਿਹੜੀ ਹੈ ਉਹ ਨਹੀਂ ਜਾਪਦੀ। ਸਿਧਾਂਤ ਦਿੱਤਾ ਗੁਰੂ ਸਾਹਿਬ ਜੀ ਨੇ, ਗੁਰਮੁਖ ਮਨ ਮੇਰੇ ਨਾਮ ਸਮਾਲ। ਗੁਰੂ ਦੀ ਸ਼ਰਨ ਪੈ ਕੇ ਨਾਮ ਨਾਲ ਜੁੜ, ਸਦਾ ਨਿਰਭੈ ਚੱਲੇ ਤੇਰੇ ਨਾਲ, ਵੀ ਇਹ ਸਦਾ ਤੇਰੇ ਨਾਲ ਚੱਲੇਗਾ। ਤੋ ਸ਼ਬਦ ਦਾ ਨਿਰੰਤਰ ਯਾਦ, ਸ਼ਬਦ ਵਿੱਚ ਲਗਾਤਾਰ ਜੁੜੇ ਰਹਿਣਾ, ਸ਼ਬਦ ਨੂੰ ਆਪਣੀ ਸੁਰਤ ਦਾ ਹਿੱਸਾ ਬਣਾ ਲੈਣਾ। ਜਦੋਂ ਅਸੀਂ ਸ਼ਬਦ ਨੂੰ ਆਪਣੀ ਸੁਰਤ ਦਾ ਹਿੱਸਾ ਬਣਾ ਲਵਾਂਗੇ, ਲਗਾਤਾਰ ਉਹ ਆਪਣੇ ਚਿੰਤਨ ਵਿੱਚ ਰੱਖਾਂਗੇ, ਗੁਣ ਕਾ ਗੁਣੀ ਸਮਾਵਨਿਆਂ ਦੀ ਗੱਲ ਜਦੋਂ ਸਾਡੇ ਅੰਦਰ ਲਾਗੂ ਹੋ ਜਾਏਗੀ ਤੇ ਬਿਨਾਂ ਕਿਸੇ ਖਾਸ ਮਿਹਨਤ ਦੇ ਆਪਣੇ ਆਪ ਹੀ ਇਹ ਉਹਦੀ ਯਾਦ ਪਰਮੇਸ਼ਰ ਦੀ ਫਿਰ ਐਸੀ ਅਵਸਥਾ ਬਣਦੀ ਹੈ ਕਿ ਆਪਣੇ ਆਪ ਹੀ ਹੋ ਜਾਂਦਾ ਹੈ। ਜਿਵੇਂ ਇਹ ਆਪਾਂ ਕੋਈ ਗੱਡੀ ਸਟਾਰਟ ਕਰਦੇ ਹਾਂ ਤੇ ਜੋ ਕਿਤੇ ਸਟਾਰਟ ਨਾ ਹੋਵੇ ਤਾਂ ਉਹਨੂੰ ਧੱਕਾ ਮਾਰਨ ਦੀ ਲੋੜ ਪੈਂਦੀ ਹੈ। ਜੇ ਬੈਟਰੀ ਡਾਊਨ ਹੋ ਜਾਏ ਤੇ ਜਦੋਂ ਧੱਕਾ ਮਾਰਦੇ ਫਿਰ ਅੱਗੇ ਆਪਣੇ ਚੱਲਣ ਲੱਗ ਪੈਂਦੀ, ਬੈਟਰੀ ਵੀ ਚਾਰਜ ਹੋ ਜਾਂਦੀ ਹੈ। ਇਹ ਪਹਿਲਾਂ ਧੱਕਾ ਮਾਰ ਕੇ ਗੱਡੀ ਚਲੋ ਸਟਾਰਟ ਕਰਨੀ ਪੈਂਦੀ ਹੈ, ਪਰ ਜਦੋਂ ਗੱਡੀ ਸਟਾਰਟ ਹੋ ਜਾਂਦੀ ਹੈ ਫਿਰ ਆਪਣੇ ਆਪ ਹੀ ਗੱਡੀ ਜਿਹੜੀ ਹੈ ਉਹ ਭਜਦੀ ਰਹਿੰਦੀ ਹੈ। ਇਹੋ ਹੀ ਹੱਲ ਮਨੁੱਖ ਦੀ ਅਧਾਤਮਿਕ ਅਵਸਥਾ ਦਾ ਹੈ। ਪਹਿਲਾਂ ਜਦੋਂ ਅਸੀਂ ਇਹ ਲੱਗਦਾ ਬਾਹਰਲੇ ਕਰਮਕਾਂਡ ਜਿਹੜੇ ਨਜ਼ਰ ਆਉਂਦੇ ਨੇ, ਪਰ ਬਾਅਦ ਵਿੱਚ ਜਦੋਂ ਅੰਦਰੂਨੀ ਸੁਰਤ ਜੁੜਦੀ ਹੈ ਤਾਂ ਨਾਮ ਦਾ ਆਨੰਦ ਜਿਹੜਾ ਖੇੜਾ ਜਿਹੜਾ ਹੈ ਉਹ ਬਣ ਜਾਂਦਾ ਹੈ। ਤੇ ਜਿਹੜੇ ਜੋਗੀ ਲੋਕ ਸੀਗੇ ਇਹ ਜੋਗ ਕਮਾ ਕੇ ਮਾਨਸਿਕ ਸ਼ਕਤੀਆਂ ਦੀ ਪ੍ਰਾਪਤ ਕਰਦੇ ਸੀ, ਪ੍ਰਦਰਸ਼ਨੀ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਤੀਰਥਾਂ ਦੇ ਨਹਾਉਣ ਨਾਲ ਸਰੀਰ ਦੀ ਮੈਲ ਸਾਫ਼ ਹੋ ਸਕਦੀ ਹੈ, ਪਰ ਮਨ ਦੀ ਮੈਲ ਸਾਫ਼ ਨਹੀਂ ਹੋ ਸਕਦੀ। ਮਨ ਦੀ ਮੈਲ ਦਾ ਕੇਵਲ ਇੱਕੋ ਉਤਾਰਨ ਦਾ ਇੱਕੋ ਸਾਧਨ ਹੈ, ਉਹ ਹੈ ਨਾਮ, ਉਹ ਪਰਮੇਸ਼ਰ ਦੀ ਯਾਦ, ਉਹਦਾ ਚਿੰਤਨ। ਇਹ ਜਿਹੜਾ ਉਹ ਧੂਪੇ ਨਾਵੇਂ ਕੇ ਰੰਗ ਦੀ ਗੱਲ ਗੁਰੂ ਸਾਹਿਬ ਜੀ ਨੇ ਦੱਸੀ ਹੈ ਕਿ ਉਹ ਨਾਮ ਦੇ ਰੰਗ ਨਾਲ ਹੀ ਉਹ ਮੈਲ ਜਿਹੜੀ ਹੈ ਉਤਰਨੀ ਹੈ। ਤੇ ਸਤਿਗੁਰੂ ਜੀ ਨੇ ਇੱਥੇ ਗੱਲ ਸਮਝਾ ਦਿੱਤੀ ਵੀ ਇਹਨਾਂ ਡੰਡਿਆਂ ਨਾਲ, ਮੁੰਦਰਾਂ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਇਹਨਾਂ ਤੇ ਆਪਣੇ ਵਿਕਾਰਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਹ ਵਿਕਾਰਾਂ ਤੇ ਕਾਬੂ ਪਾਉਣ ਦੇ ਲਈ ਸਾਨੂੰ ਲੋੜ ਹੈ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਸੁਰਤ ਜੋੜ ਕੇ ਰੱਖੀਏ। ਇਹ ਪੌੜੀ ਨੰਬਰ 9, 10, 11 ਦੇ ਵਿੱਚ ਗੁਰੂ ਪਾਤਸ਼ਾਹ ਦੇ ਜਿਹੜੇ ਸਵਾਲ ਜਵਾਬ ਹੋਏ ਤਾਂ ਉਹ ਗੁਰੂ ਸਾਹਿਬ ਜੀ ਨੇ ਦੱਸੇ। ਤਾਂ ਪੌੜੀ ਨੰਬਰ 12 ਦੇ ਵਿੱਚ ਹੁਣ ਅੱਗੋਂ ਫਿਰ ਸਵਾਲ ਆਇਆ ਜੋਗੀਆਂ ਵੱਲੋਂ ਵੀ ਛੁਪਿਆ ਹੋਇਆ ਕੌਣ ਹੈ, ਛੁਪਿਆ ਹੋਇਆ ਕੌਣ ਹੈ। ਫਿਰ ਉਹ ਕੌਣ ਹੈ ਜੋ ਮੁਕਤ ਹੈ, ਉਹ ਕੌਣ ਹੈ ਜੋ ਅੰਦਰੋਂ ਬਾਹਰੋਂ, ਜਿਸ ਦਾ ਮਨ ਵੀ ਤੇ ਸਰੀਰਕ ਇੰਦਰ ਵੀ ਮਿਲੇ ਹੋਏ ਹਨ। ਸਦਾ ਜੰਮਦਾ ਤੇ ਮਰਦਾ ਕੌਣ ਹੈ, ਤਰਲੋਕੀ ਦੇ ਨਾਥ ਮਾਲਕ ਵਿੱਚ ਲੀਨ ਕੌਣ ਹੁੰਦਾ ਹੈ। ਇਹ 5 ਪ੍ਰਸ਼ਨ ਜਿਹੜੇ ਹਨ ਇਹ ਪੌੜੀ ਨੰਬਰ
12 ਦੇ ਵਿੱਚ ਇਹ ਜਿਹੜੇ ਇਹਨਾਂ ਨੇ ਪੁੱਛੇ ਜੋਗੀਆਂ ਨੇ, ਗੁਰੂ ਪਾਤਸ਼ਾਹ ਜੀ ਨੇ ਹੁਣ ਪੌੜੀ ਨੰਬਰ 13 ਦੇ ਵਿੱਚ ਇਹਦਾ ਉੱਤਰ ਜਿਹੜਾ ਹੈ ਉਹ ਦਿੱਤਾ ਹੈ। ਕਹਿੰਦੇ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ, ਪਰਮੇਸ਼ਰ ਹਰੇਕ ਸਰੀਰ ਵਿੱਚ ਹੀ ਵਸਦਾ ਹੈ। ਗੁਰੂ ਦੇ ਸ਼ਬਦ ਰਾਹੀਂ ਜਦੋਂ ਤਨ ਤੋਂ ਮਨ ਤੋਂ ਤਨੋਂ ਮਨੋਂ ਆਪਾਂ ਉਹਦੇ ਸ਼ਬਦ ਵਿੱਚ ਜੁੜ ਜਾਈਏ ਤੇ ਦੁਨੀਆ ਸਾਗਰ ਦੁੱਤਰ ਤਰੀਏ ਦੀ ਜਿਹੜੀ ਤੁਸੀਂ ਕਹਿੰਦੇ ਹੋ ਉਹ ਤੋਂ ਮੁਕਤ ਹੋ ਜਾਈਦਾ ਹੈ। ਦੁਨੀਆ ਸਾਗਰ ਦੁੱਤਰ ਤਰੀ ਹੈ, ਇਹ ਤੋਂ ਤੁਰੇ ਤਨ ਦਾ ਕੀ ਢੰਗ ਹੈ ਜਦੋਂ ਸ਼ਬਦ ਅੰਦਰ ਵਸ ਜਾਂਦਾ ਤਨ ਮਨ ਵਿੱਚ। ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜਿਹਦੇ ਸ਼ਬਦ ਨਾਲ ਪ੍ਰੀਤ ਨਹੀਂ ਪਾਉਂਦਾ, ਉਹ ਚਾਹੇ ਮੁੰਦਰਾ ਪਾ ਲਵੇ, ਚਾਹੇ ਖਿੰਥਾ ਧਾਰਨ ਕਰ ਲਵੇ, ਫਿਰ ਵੀ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਉਹ ਜਨਮ ਮਰਨ ਤੋਂ ਮੁਕਤੀ ਨਹੀਂ ਕਰ ਲੈ ਸਕਦਾ ਜਿਹੜਾ ਇਹ ਬਾਹਰਲੇ ਭੇਖ ਤੇ ਇਕੱਲਾ ਵਿਸ਼ਵਾਸ ਕਰਦਾ। ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਗੱਲਬਾਤ ਦੱਸੀ ਹੈ, ਬਹੁ ਭੇਖ ਕਰ ਭਰਮਾਈਏ, ਮਨ ਹਿਰਦੇ ਕਪਟ ਕਮਾਏ, ਹਰ ਕਾ ਮੈਲ ਨਾ ਪਾਵੇ, ਮਰ ਵਿਸ਼ਟਾ ਮਾਹੇ ਪਚਾਏ। ਵੀ ਭੇਖਾਂ ਦੇ ਨਾਲ ਰੱਬ ਨਹੀਂ ਮਿਲਦਾ, ਰੱਬ ਮਿਲਦਾ ਉਹਦੇ ਮੁਹੱਬਤ ਨਾਲ, ਪ੍ਰੇਮ ਨਾਲ। ਉਹ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਉਹ ਕੱਚੇ ਹਨ ਜਿਹੜੇ ਮਨਾਂ ਹੋਰ ਹਨ, ਬਾਹਰਲਾ ਭੇਖ ਕਰਕੇ ਹੀ ਕੇਵਲ ਗੁਜ਼ਾਰਾ ਜਿਹੜਾ ਹਨ ਉਹ ਕਰਦੇ ਹਨ। ਤੋ ਇਹ ਬੜੀ ਡੀਪ ਗੱਲ ਗੁਰੂ ਸਾਹਿਬ ਸਮਝਾਉਂਦੇ ਨੇ ਵੀ ਬਾਹਰਲੀ ਭੇਖ ਦੀ ਲੋੜ ਹੈ, ਪਹਿਰਾਵੇ ਦੀ ਲੋੜ ਹੈ, ਲੇਕਿਨ ਪਹਿਰਾਵਾ ਤਾਂ ਪ੍ਰਵਾਨ ਹੈ ਜੇ ਅੰਦਰ ਸੱਚ ਆ ਜਾਏ। ਪਹਿਰਾਵਾ ਕਿਉਂ ਕੀਤਾ ਜਾਂਦਾ? ਸੱਚ ਧਾਰਨ ਕਰਨ ਲਈ। ਅਸੀਂ ਗੁਰੂ ਦੀ ਸ਼ਰਨ ਚ ਪੈਂਦੇ ਹਾਂ, ਅਸੀਂ ਵੀ ਕਕਾਰ ਧਾਰਨ ਕੀਤੇ ਹੋਏ ਆ। ਮੇਰੀ ਬੇਨਤੀ ਹੈ, ਮੈਂ ਖਿਮਾ ਕਰਨਾ, ਅਸੀਂ ਵੀ ਅੰਮ੍ਰਿਤਧਾਰੀ ਹਾਂ, ਪਰ ਅੰਮ੍ਰਿਤ ਇਹ ਕਕਾਰਾਂ ਦੀ ਵੈਲਿਊ ਤਾਂ ਹੀ ਹੈ ਜੇ ਸਾਡਾ ਅੰਦਰ ਗੁਰੂ ਦੇ ਨਾਲ ਜੁੜ ਜਾਵੇ। ਕੇਵਲ ਬਾਹਰੋਂ ਦਿਖਾਵਾ ਕਰਕੇ ਅਸੀਂ ਲੋਕਾਂ ਦੇ ਲਈ ਕੇਵਲ ਦਿਖਾਵਾ ਕਰਨ ਦੇ ਲਈ ਜੀ ਇਹ ਗੱਲ ਬਣਾ ਲਈ ਤਾਂ ਫਿਰ ਸਾਡੀ ਗੱਡੀ ਜਿਹੜੀ ਹੈ ਉਹ ਨਹੀਂ ਚੱਲਣੀ। ਤਾਂ ਗੱਡੀ ਜਦੋਂ ਉਦੋਂ ਚੱਲਣੀ ਹੈ ਜਦੋਂ ਅੰਦਰੋਂ ਬਾਹਰੋਂ ਅਸੀਂ ਇੱਕ ਹੋ ਜਾਵਾਂਗੇ, ਤਾਂ ਗੱਡੀ ਸਾਡੀ ਜਿਹੜੀ ਹੈ ਉਹ ਤਾਂ ਚੱਲੇਗੀ। तो ਜਿਹੜੇ ਸਵਾਲ ਪੁੱਛੇ ਸੀ, ਕਵਨ ਸੋ ਗੁਪਤਾ ਕਵਨ ਸੋ ਮੁਕਤਾ, ਕਵਨ ਸੋ ਅੰਤਰ ਬਾਹਰ ਜੁਗਤਾ, ਕਵਨ ਸੋ ਆਵੇ ਕਵਨ ਸੋ ਜਾਏ, ਕਵਨ ਸੋ ਤ੍ਰੈ ਭਵਨ ਰਿਹਾ ਸਮਾਏ। ਫਿਰ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ, ਘਟ ਘਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੋ ਜੁਗਤਾ, ਮਨਮੁਖ ਬਿਨਸੇ ਆਵੇ ਜਾਏ, ਨਾਨਕ ਗੁਰਮੁਖ ਸਾਧ ਸਮਾਏ। ਤੋ ਹੁਣ ਇਹ ਪੌੜੀ ਤੇ 12-13 ਦਾ ਜਿਹੜਾ ਸਾਰੰਸ਼ ਹੈ, ਗੁਪਤ ਕੀ ਹੈ ਤੇ ਪ੍ਰਗਟ ਕੀ ਹੈ, ਇਹ ਬੜੀ ਸੂਖਮ ਜਿਹੀ ਵਿਚਾਰ ਹੈ। ਵੈਸੇ ਜਿਹੜੀ ਵਸਤੂ ਲਿਵਦੀ ਹੈ, ਜਦੋਂ ਲਿਵ ਜੁੜਦੀ ਹੈ, ਲਿਵ ਮੰਡਲ ਦੀ ਹੈ, ਉਸ ਨੂੰ ਬੁੱਧੀ ਮੰਡਲ ਦੇ ਨਾਲ ਆਪਾਂ ਸਮਝਣ ਦਾ ਯਤਨ ਕਰੀਏ ਤਾਂ ਬੜਾ ਔਖਾ ਜਿਹਾ ਕੰਮ ਹੈ। ਅਸਲ 'ਚ ਜਿਹਨੇ ਸੱਚ ਨੂੰ ਪਛਾਣਿਆ ਤੇ ਬੁੱਧੀ ਸੱਚ ਨੂੰ ਪਛਾਣਨਾ ਜਿਹੜਾ ਹੈ ਉਹ ਔਖੀ ਬਾਤ ਹੈ, ਪਰ ਸੱਚ ਨੂੰ ਮੰਨਣਾ ਜਿਹੜਾ ਹੈ ਉਹ ਉਸ ਤੋਂ ਵੀ ਆਨੰਦ ਵਾਲੀ ਬਾਤ ਹੈ। ਪਹਿਲਾਂ ਸੱਚ ਦੀ ਪਛਾਣ ਹੋਵੇ, ਫਿਰ ਸੱਚ ਨੂੰ ਮੰਨਿਆ ਜਾਵੇ। ਅਸੀਂ ਤਾਂ ਸੱਚ ਨੂੰ ਪਛਾਣ ਨਹੀਂ ਸਕੇ। ਜਦ ਤੱਕ ਸੱਚ ਦੀ ਪਛਾਣ ਨਹੀਂ ਹੈ, ਸੱਚ ਮੰਨਣ ਦੀ ਗੱਲ ਜਿਹੜੀ ਹੈ ਉਹ ਵੀ ਨਹੀਂ ਹੋ ਸਕਦੀ। ਤੋ ਸੱਚ ਨੂੰ ਪਛਾਣ ਕੇ ਸੱਚ ਨੂੰ ਮੰਨਣਾ, ਇਹ ਸਾਡੇ ਆਤਮਿਕ ਮੰਡਲ ਦੀਆਂ ਉੱਚੀਆਂ ਉਡਾਰੀਆਂ ਹਨ। ਅੰਤਰ ਤੇ ਬਾਹਰ ਸ਼ਬਦ ਨਾਲ ਜੁੜਨ ਦੀ ਜੁਗਤੀ ਸੂਖਸ਼ਮ ਜੁਗਤੀ ਹੈ, ਦਿਸਦੀ ਨਹੀਂ ਹੈ। ਇਹ ਤਾਂ ਉੱਠਦਿਆਂ ਬਹਾਂਦਿਆਂ ਸਵੰਦਿਆਂ ਸੁਖ ਹੋਏ, ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ। ਇਹ ਅਵਸਥਾ ਹੈ। ਇਹ ਸ਼ਬਦ ਸੁਰ ਦੀ ਇੱਕ ਕਹਿੰਦੇ ਦਿਨ ਛੋਹ ਮਿਲ ਜਾਂਦੀ ਹੈ। ਸਪਰਸ਼ ਕਲਾ ਜਿਹਨੂੰ ਅਸੀਂ ਲਫ਼ਜ਼ ਵਰਤਦੇ ਹਾਂ, ਇੱਕ ਸਪਰਸ਼ ਕਲਾ ਹੈ। ਗੁਰੂ ਦੀ ਸ਼ਰਨ ਪੈਣ ਤੇ ਲਗਾਤਾਰ ਨਾਮ ਦੇ ਨਾਲ ਸ਼ਬਦ ਦੇ ਨਾਲ ਜੁੜੇ ਰਹਿਣਾ, ਗੁਪਤ ਤੇ ਪ੍ਰਗਟ ਵਰਤਾਰੇ ਦੀ ਫਿਰ ਸੋਝੀ ਆ ਜਾਂਦੀ ਹੈ। ਤੋ ਸਤਿਗੁਰੂ ਜੀ ਨੇ ਗੁਰਬਾਣੀ 'ਚ ਹੋਰ ਜਗ੍ਹਾ ਵੀ ਇਹ ਗੱਲ ਦੱਸੀ ਹੈ, ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਿਹਾ, ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨਾਈ ਭੱਜ ਪਿਆ। ਜਿਹੜੇ ਗੁਰੂ ਦੀ ਸ਼ਰਨਾਈ ਭੱਜ ਕੇ ਪੈਂਦੇ ਨੇ ਉਹਨਾਂ ਦੇ ਅੰਦਰ ਨਾਮ ਰਤਨ ਪ੍ਰਗਟ ਹੋ ਜਾਂਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਗੁਪਤ ਕਿੱਥੇ ਹੈ, ਪ੍ਰਗਟ ਕਿੱਥੇ? ਜਿਹੜਾ ਸਵਾਲ ਉਹਨਾਂ ਨੇ ਕੀਤਾ, ਇਹਦਾ ਉੱਤਰ ਸੀ ਜਿਵੇਂ ਪਾਣੀ ਧਰਤੀ ਵਿੱਚ ਗੁਪਤ ਹੈ, ਦਿਸਦਾ ਨਹੀਂ ਹੈ, ਪਰ ਜਿਵੇਂ ਅਸੀਂ ਪਾਣੀ ਨੂੰ ਲੱਭੀਏ ਤਾਂ ਪਾਣੀ ਮਿਲ ਜਾਂਦਾ ਹੈ। ਜਿਵੇਂ ਅੱਖਾਂ ਵਿੱਚ ਨਜ਼ਰ ਹੈ ਪਰ ਦਿਸਦੀ ਨਹੀਂ ਹੈ, ਪਰ ਜਦੋਂ ਨਜ਼ਰ ਤਾਂ ਹੈ ਤਾਂ ਅਸੀਂ ਪੜ੍ਹ ਰਹੇ ਹਾਂ, ਅੱਜ ਬੋਲ ਰਹੇ ਹਾਂ, ਦੇਖ ਰਹੇ ਹਾਂ। ਜੇ ਨਜ਼ਰ ਨਾ ਹੋਵੇ, ਜੇ ਸੁਣਨ ਦੀ ਸ਼ਕਤੀ ਹੈ ਤਾਂ ਅਸੀਂ ਸੁਣ ਰਹੇ ਹਾਂ, ਜੇ ਸੁਣਨ ਦੀ ਸ਼ਕਤੀ ਬੰਦ ਹੋ ਜਾਏ ਅਸੀਂ ਸੁਣ ਨਹੀਂ ਸਕਦੇ, ਪਰ ਉਹ ਦਿਸਦੀ ਨਹੀਂ ਹੈ। ਜਿੱਥੇ ਗਿਆਨ ਹੈ ਉੱਥੇ ਪਰਮਾਤਮਾ ਪ੍ਰਗਟ ਹੁੰਦਾ ਹੈ, ਜਿੱਥੇ ਅਗਿਆਨ ਹੈ ਉੱਥੇ ਉਹ ਦਿਖਾਈ ਨਹੀਂ ਦਿੰਦਾ। ਇਹ ਗੁਰੂ ਦੇ ਗਿਆਨ ਦੇ ਨਾਲ ਪਰਮਾਤਮਾ ਜਿਹੜਾ ਹੈ ਉਹ ਪ੍ਰਗਟ ਹੁੰਦਾ, ਤੇ ਗੁਰੂ ਦੇ ਗਿਆਨ ਦੇ ਨਾਲ ਹੀ ਪਰਮਾਤਮਾ ਦਾ ਆਨੰਦ ਜਿਹੜਾ ਹੈ ਉਹ ਪਾਇਆ ਜਾ ਸਕਦਾ। ਤਾਂ ਇੱਥੇ ਗੁਰੂ ਸਾਹਿਬ ਜੀ ਨੇ ਗੁਰਮੁਖ ਦੀ ਗੱਲ ਜਿਹੜੀ ਸੀ
ਉਹ ਸਮਝਾ ਦਿੱਤੀ, ਸਾਰੀ ਝੋਲੀ ਵਿੱਚ ਪਾਤੀ। ਅੱਗੇ ਪੌੜੀ ਨੰਬਰ 14 ਦੇ ਵਿੱਚ ਸਵਾਲ ਫਿਰ ਆਏ ਵੀ ਜੀਵ ਕਿੱਥੇ ਵੱਜਾ ਪਿਆ ਹੈ। ਪਹਿਲਾ ਸਵਾਲ ਸੀ ਇਹ ਜੀਵ ਕਿੱਥੇ ਵੱਜਾ ਪਿਆ ਹੈ। ਦੂਜਾ ਸਪੜੀ ਮਾਇਆ ਇਸ ਨੂੰ ਕਿਵੇਂ ਖਾ ਰਹੀ ਹੈ। ਫਿਰ ਤੀਜਾ ਸਵਾਲ ਅੱਗੇ ਕੀਤਾ ਕਿ ਇਸ ਜੀਵ ਨੇ ਆਪਣੇ ਜੀਵਨ ਦਾ ਲਾਭ ਕਿਵੇਂ ਗਵਾ ਲਿਆ ਹੈ, ਲਾਹਾ ਕਿਵੇਂ ਗਵਾ ਲਿਆ ਹੈ ਆਪਣੇ ਜੀਵਨ ਦਾ। ਉਹ ਕਿਹੜਾ ਢੰਗ ਹੈ ਜਿਸ ਨਾਲ ਉਹ ਲਾਭ ਦੁਬਾਰਾ ਮਿਲ ਸਕੇ। ਜਿਹੜਾ ਢੰਗ ਗਵਾਚ ਗਿਆ ਉਹ ਕਿਵੇਂ ਲਾਹਾ ਕਿਵੇਂ ਹਾਸਲ ਕਰੇ। ਫਿਰ ਅਗਲਾ ਸਵਾਲ ਸੀ ਇਹ ਜੀਵ ਕਿਵੇਂ ਪਵਿੱਤਰ ਹੋ ਸਕਦਾ ਹੈ। ਫਿਰ ਇਸ ਜੀਵ ਦੇ ਅੱਗੇ ਹਨੇਰਾ ਕਿਉਂ ਪਸਰਿਆ ਹੋਇਆ ਹੈ। ਤੋ ਇਹ ਪੌੜੀ ਨੰਬਰ 15 ਤੇ ਪੌੜੀ ਨੰਬਰ 16 ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹਦੇ ਉੱਤਰ ਦਿੱਤੇ ਹਨ। ਤੋ ਇੱਥੇ ਸਤਿਗੁਰੂ ਜੀ ਕਹਿੰਦੇ ਵੀ ਮਨੁੱਖ ਜਿਹੜਾ ਜਵਾਬ ਗੁਰੂ ਸਾਹਿਬ ਜੀ ਦਿੰਦੇ ਵੀ ਮਨੁੱਖ ਖੋਟੀ ਮੱਤ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਸਪਣੀ ਮਾਇਆ ਇਹਨੂੰ ਅੰਦਰੋਂ ਅੰਦਰ ਹੀ ਖਾਈ ਜਾਂਦੀ ਹੈ, ਪਰ ਚਸਕਿਆਂ ਵਿੱਚੋਂ ਨਿਕਲਣ ਨੂੰ ਇਹਦਾ ਜੀ ਨਹੀਂ ਕਰਦਾ। ਇਹਨੂੰ ਪਤਾ ਹੈ ਵੀ ਮੇਰਾ ਅਧਿਆਤਮਿਕ ਜੀਵਨ ਦੀ ਮੌਤ ਹੋ ਰਹੀ ਹੈ, ਆਤਮਿਕ ਮੌਤੇ ਮਰ ਰਿਹਾ ਹਾਂ, ਪਰ ਇਹਦਾ ਨਿਕਲਣ ਨੂੰ ਦਿਲ ਨਹੀਂ ਕਰਦਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਇਹ ਚਸਕਿਆਂ ਦਾ ਸਮਝੋ ਘੋਪ ਹਨੇਰਾ ਦੀ ਜ਼ਿੰਦਗੀ ਵਿੱਚ ਹੈ। ਉਹ ਹਨੇਰਾ ਇਹਨੂੰ ਚੰਗਾ ਲੱਗਦਾ, ਗੁਰੂ ਦੇ ਗਿਆਨ ਦਾ ਚਾਨਣ ਇਹਨੂੰ ਚੰਗਾ ਨਹੀਂ ਲੱਗਦਾ। ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਪੈਂਦਾ ਹੈ ਉਹ ਮਨ ਚਸਕਿਆਂ ਤੋਂ, ਉਹਦਾ ਮਨ ਚਸਕਿਆਂ ਤੋਂ ਉੱਪਰ ਉੱਠ ਜਾਂਦਾ, ਸਵਾਦਾਂ ਤੋਂ ਉੱਪਰ ਉੱਠ ਜਾਂਦਾ ਹੈ। ਇੱਕ ਐਸੀ ਅਵਸਥਾ ਤੇ ਜਾ ਪਹੁੰਚਦਾ ਹੈ ਜਿੱਥੇ ਮਾਇਆ ਵਾਲੀ ਭਟਕਣਾ ਫਿਰ ਨੇੜੇ ਵੀ ਨਹੀਂ ਟੁਕਦੀ। ਐਸੀ ਅਵਸਥਾ ਬਣ ਜਾਂਦੀ ਹੈ ਜਿੱਥੇ ਮਾਇਆ ਦੇ ਫੁਰਨਿਆਂ ਵੱਲੋਂ ਮਾਨੋ ਸੁੰਝ, ਜਿਹਨੂੰ ਸੁੰਨ ਅਸੀਂ ਕਹਿੰਦੇ ਆ, ਸੁੰਨ ਹੁੰਦੀ ਹੈ, ਜ਼ੀਰੋ, ਜਿੱਥੇ ਕੁਝ ਵੀ ਨਹੀਂ, ਸ਼ੂਨ ਹੈ। ਉਹਦਾ ਮਾਇਆ ਦੇ ਚਸਕਿਆਂ ਤੋਂ ਉਹਦੀ ਬਿਰਤੀ ਜਿਹੜੀ ਇੰਨੀ ਉੱਚੀ ਜਿਹੜੀ ਹੈ ਹੋ ਜਾਂਦੀ ਹੈ। ਇਹ ਘਰ ਤੇ ਆ ਕੇ ਕਿਸੇ ਗੁਫਾ ਵਿੱਚ ਸਮਾਧੀ ਲਾਉਣ ਤੇ, ਜਾਂ ਤੁਸੀਂ ਕਹਿੰਦੇ ਘਰ ਤੇ ਆ ਕੇ ਗੁਫਾ ਵਿੱਚ ਸਮਾਧੀਆਂ ਲਾਉਣ ਦੀਆਂ ਗੱਲਾਂ ਕਰਦੇ ਹੋ, ਉਹਦੀ ਥਾਂ ਦੇ ਉੱਤੇ ਅਸੀਂ ਤਾਂ ਗ੍ਰਸਥੀ ਵਿੱਚ ਰਹਿੰਦੇ ਹੋਏ ਵੀ ਸਹਿਜ ਗੁਫਾ ਵਿੱਚ ਬੈਠ ਕੇ ਹੀ ਸੁੰਨ ਸਮਾਧੀ ਜਿਹੜੀ ਹੈ ਉਹ ਲਾਉਂਦੇ ਆ। ਸਾਡੀ ਜਿਹੜੀ ਸੁੰਨ ਸਮਾਧੀ ਹੈ ਉਹ ਇਹ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਇਹਦਾ ਜਿਹੜਾ ਜਵਾਬ ਦਿੱਤਾ ਉਹ ਆਪਾਂ ਨੂੰ ਪੂਰੀ ਤਰ੍ਹਾਂ ਸਮਝ ਲੈਣਾ ਚਾਹੀਦਾ ਵੀ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਮਿਸ਼ਨ ਮਹਾਦੇਵ ਛਰੀਆ। ਇਹ ਮਹਾ ਸਪਣੀ ਹੈ ਜਿਹਨੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਡਕਾਰ ਮਾਰ ਲਿਆ, ਜਿਨ੍ਹਾਂ ਦੀ ਅੱਜ ਪੂਜਾ ਕਰਨ ਦੀ ਗੱਲ ਕਰਦੇ ਨੇ। ਕਹਿੰਦੇ ਇਸ ਮਾਇਆ ਉਹਨਾਂ ਤੋਂ ਤੇ ਵੀ ਹਾਵੀ ਹੋ ਗਈ, ਇਹਨੇ ਵੱਡੇ ਵੱਡਿਆਂ ਨੂੰ ਛਾ ਲਿਆ। ਇਹ ਸਾਡੇ ਵਰਗੇ ਨਿਮਾਣੇ ਜੇ ਨਤਾਣੇ ਜੇ ਜਗਿਆਸੂ ਕਿਹੜੀ ਕਹਿੰਦੇ ਮਾਲਕ ਨੇ ਜਾਂ ਕਿਹੜੀ ਤਾਕਤ ਇਹਨਾਂ ਦੇ ਕੋਲ ਆ ਕਿ ਨਾ ਬਚਨ। ਸਾਡੇ ਕੋਲ ਗੁਰੂ ਸ਼ਬਦ ਹੈ। ਮਾਇਆ ਦੇ ਇੰਨੇ ਵੱਡੇ ਦੇਵਤਿਆਂ ਨੂੰ ਭਾਵੇਂ ਖਾ ਗਈ, ਪਰ ਜਿਹੜੇ ਜੀਵ ਗੁਰੂ ਦੇ ਸਿਧਾਂਤ ਵਿੱਚ ਲੈ ਜੁੜ ਜਾਂਦੇ ਹਨ ਉਹਨੂੰ ਕਹਿੰਦੇ ਨੇ ਗੁਰਮੁਖ। ਲਾਹਾ ਲੈ ਕੇ ਮਨਮੁਖ ਚੱਲੇ ਮੂਲ ਗਵਾਏ ਜੀਓ। ਹੁਣ ਲਾਹਾ ਕੌਣ ਲੈ ਕੇ ਜਾਂਦਾ ਹੈ? ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਗੁਰੂ ਅਨੁਸਾਰੀ ਹੋ ਜਾਂਦੇ ਹਨ, ਜਿਹੜੇ ਗੁਰੂ ਦੀ ਮੱਤ ਅਨੁਸਾਰ ਚੱਲਦੇ ਹਨ। ਪਰ ਜਿਹੜੇ ਜਿਨ੍ਹਾਂ ਦਾ ਮੁੱਖ ਆਪਣੇ ਮਨ ਵੱਲ ਹੁੰਦਾ ਉਹ ਕਹਿੰਦੇ ਨੇ ਬਾਜੀ ਜਿਹੜੀ ਹੈ ਹਾਰ ਜਾਂਦੇ ਨੇ, ਆਪਣਾ ਮੂਲ ਵੀ ਗਵਾ ਜਾਂਦੇ ਨੇ। ਤੋ ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਲਾਹਾ ਕਿਵੇਂ ਮਿਲੇ? ਕਹਿੰਦੇ ਗੁਰੂ ਦੀ ਸ਼ਰਨ ਪੈ ਕੇ, ਗੁਰੂ ਵਾਲੇ ਬਣ ਕੇ ਜੀਵਨ ਦਾ ਲਾਹਾ ਜਿਹੜਾ ਹੈ ਉਹ ਖੱਟਿਆ ਜਾ ਸਕਦਾ ਹੈ। ਇਹ ਸਿਧਾਂਤ ਇੱਥੇ ਹੈ ਕਿ ਸਤਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰੂ ਦੇ ਗਿਆਨ ਦੇ ਦੀਵੇ ਹਿਰਦੇ 'ਚ ਬਲ ਪੈਂਦੇ ਹਨ। ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੈ, ਜਿੱਥੋਂ ਉੱਥੇ ਪ੍ਰਕਾਸ਼ ਹੋ ਜਾਵੇ ਤਾਂ ਫਿਰ ਹਉਮੈ ਦਾ ਬੋਰੀਆ ਬਿਸਤਰਾ ਹੀ ਗੋਲ ਹੋ ਜਾਂਦਾ। ਇਹ ਆਪਾਂ ਕਹਿ ਲਈਏ ਕਿ ਹਉਮੈ ਦਾ ਬੋਰੀਆ ਬਿਸਤਰਾ ਹੀ ਜਿਹੜਾ ਗੋਲ ਹੋ ਜਾਂਦਾ ਹੈ। ਤੋ ਅਗਲੀ ਪੌੜੀ ਜਿਹੜੀ ਗੁਰੂ ਪਾਤਸ਼ਾਹ ਨੇ 16ਵੀਂ ਪੌੜੀ ਦੇ ਵਿੱਚ ਸੁਝਾਅ ਦਿੱਤਾ ਉਹ ਹੈ ਕਿ ਜਿਹੜਾ ਮਨਮੁਖ ਹੈ ਉਹਦਾ ਮਨ ਉਡਾਰੀਆਂ ਹੀ ਮਾਰਦਾ ਰਹਿੰਦਾ ਹੈ। ਮਨਮੁਖ ਦਾ ਮਨ ਹਮੇਸ਼ਾ ਉਡਾਰੀਆਂ ਮਾਰਦਾ ਰਹਿੰਦਾ ਹੈ, ਉਹ ਟਿਕ ਕੇ ਨਹੀਂ ਬੈਠਦਾ। ਪਰ ਗੁਰਮੁਖ ਜਿਸ ਨੇ ਆਪਣੇ ਜੀਵਨ ਨੂੰ ਗੁਰੂ ਦੇ ਹੁਕਮ ਵਿੱਚ ਢਾਲਿਆ, ਗੁਰਮੁਖ ਉਹ ਹੈ। ਜਿਹਨੇ ਜੀਵਨ ਦੀ ਜੁਗਤੀ ਨੂੰ ਸਮਝ ਲਿਆ ਉਹ ਗੁਰਮੁਖ ਹੈ। ਉਸਨੇ ਲਗਾਤਾਰ ਨਾਮ ਜਪ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਇਹਨਾਂ ਬੁਰਾਈਆਂ ਤੋਂ ਆਪਣਾ ਕਿਨਾਰਾ ਕਰ ਲਿਆ। ਬੁਰਾਈ ਦਾ ਟਾਕਰਾ ਕਰਨਾ ਜ਼ਿੰਦਗੀ ਦਾ ਮਨੋਰਥ ਹੈ। ਬੁਰਾਈਆਂ ਤੋਂ ਭੱਜਣਾ ਜੀਵਨ ਦਾ ਮਨੋਰਥ ਨਹੀਂ ਹੈ। ਬੁਰਾਈਆਂ ਹਨ, ਜ਼ਿੰਦਗੀ 'ਚ ਔਖੀਆਂ ਘਾਟੀਆਂ ਹਨ। ਔਖੀਆਂ ਘਾਟੀਆਂ ਤੇ ਚੜ੍ਹਨਾ, ਔਖੀਆਂ ਘਾਟੀਆਂ ਨੂੰ ਸਰ ਕਰਨਾ ਜੀਵਨ ਦਾ ਨਿਸ਼ਾਨਾ ਹੈ। ਔਖੀਆਂ ਘਾਟੀਆਂ ਤਿਆਗ ਕੇ ਦੂਜੇ ਪਾਸੇ ਨੂੰ ਤੁਰ ਜਾਣਾ ਇਹ ਜੀਵਨ ਦਾ ਨਿਸ਼ਾਨਾ ਨਹੀਂ ਹੈ, ਜੋ ਗੁਰੂ ਨਾਨਕ ਸਾਹਿਬ ਜੀ ਇੱਥੇ ਦੱਸ ਰਹੇ ਹਨ। ਵੀ ਕਹਿੰਦੇ ਬੁਰਾਈਆਂ ਨੂੰ ਤਿਆਗ ਤੇ ਚੰਗਿਆਈਆਂ ਨੂੰ ਧਾਰਨ ਕਰ, ਫਿਰ ਮਨ ਜਿਹੜਾ ਹੈ ਹੋਰ ਅਵਸਥਾ ਦਾ ਵਾਸੀ ਹੋ ਜਾਂਦਾ। ਐਸੀ ਅਵਸਥਾ ਜਿੱਥੇ ਫਿਰ ਇਹ ਵਿਕਾਰਾਂ ਦੀ ਛੋਹ ਤੱਕ ਵੀ ਜਿਹੜੀ ਹੈ ਕੂੜ ਕੀ ਸੋਏ ਪਹੁੰਚੇ ਨਾ ਹੀ ਜਿੱਥੇ ਹੈ,
ਉਹ ਕੂੜ ਦੀ ਸੋਹ ਤੱਕ ਵੀ ਉੱਥੇ ਛੂਹ ਤੱਕ ਵੀ ਉੱਥੇ ਨਹੀਂ ਪਹੁੰਚਦੀ। ਇਹ ਜਿਹੜੇ ਤੁਸੀਂ ਤਾਂ ਕਹਿੰਦੇ ਨੇ ਇਹਦੇ ਲਈ ਕਰਨ ਦੇ ਹੋਰ ਉਪਰਾਲੇ ਕਰਦੇ ਹੋ, ਤੇ ਮੇਰਾ ਜਿਹੜਾ ਮਤ ਕਹਿੰਦਾ ਹੈ ਉਹ ਹੈ ਘਰ 'ਚ ਬੈਠ ਕੇ ਗ੍ਰਸਥ ਵਿੱਚ ਰਹਿ ਕੇ ਆਪਣਾ ਸਾਰਾ ਕੁਝ ਪਰਿਵਾਰ ਨੂੰ ਪਾਲਦੇ ਹੋਏ ਇਹ ਅਸੀਂ ਜਿਹੜੀ ਹੈ ਇਹ ਉਸ ਪਰਮੇਸ਼ਰ ਤੱਕ ਪਹੁੰਚ ਸਕਦੇ ਹਾਂ। ਹੁਣ ਅਗਲੀ ਪ੍ਰਦਰਸ਼ਨ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਹੋਰ ਤਰ੍ਹਾਂ ਦੀ ਗੁੰਝਲ ਦੇ ਵਿੱਚ ਪੌੜੀ ਨੰਬਰ 17 ਦੇ ਵਿੱਚ ਸਵਾਲ ਇੱਕ ਇਹੋ ਜਿਹਾ ਕਰਤਾ ਵੀ ਕਦੋਂ ਜਦੋਂ ਤੁਸੀਂ ਸਾਨੂੰ ਸਮੇਰ ਪਰਬਤ ਤੇ ਮਿਲੇ ਸੀ ਉਦੋਂ ਤੁਸੀਂ ਉਦਾਸੀ ਵਾਲਾ ਭੇਖ ਧਾਰਨ ਕੀਤਾ ਹੋਇਆ ਸੀ, ਵੀ ਉਦੋਂ ਕੱਪੜੇ ਵੀ ਤੁਹਾਡੇ ਹੋਰ ਰੰਗ ਦੇ ਸੀ, ਉਦਾਸੀਆਂ ਵਾਲਾ ਭੇਖ ਤੁਸੀਂ ਕੀਤਾ ਹੋਇਆ ਸੀ, ਤੇ ਕਿਸ ਕਰਕੇ ਤੁਸੀਂ ਘਰ ਛੱਡ ਕੇ ਤਿਆਗੀ ਬਣੇ ਸੀ। ਪਹਿਲਾ ਸਵਾਲ ਇਹ ਕੀਤਾ ਵੀ ਕਿਹੜਾ ਕਾਰਨ ਸੀ ਵੀ ਘਰ-ਬਾਰ ਛੱਡ ਕੇ ਤੁਸੀਂ ਤਿਆਗੀ ਬਣ ਗਏ। ਦੂਜਾ ਸਵਾਲ ਮੈਂ ਵੀ ਕਿਸ ਕਰਕੇ ਤੁਸੀਂ ਉਦਾਸੀਆਂ ਦਾ ਭੇਖ ਧਾਰਨ ਕੀਤਾ ਸੀ। ਤੀਜਾ ਸਵਾਲ ਸੀ ਤੁਸੀਂ ਕਿਹੜੇ ਸੌਦੇ ਦੇ ਵਪਾਰੀ ਹੋ। ਇਹ ਪੌੜੀ ਨੰਬਰ 17 ਦੇ ਕੁਐਸਚਨ ਮੈਂ ਗੱਲ ਕਰ ਰਿਹਾ ਜੀ। ਇਹ ਕਹਿੰਦੇ ਤੁਸੀਂ ਕਿਹੜੇ ਇਹ ਸੌਦੇ ਦੇ ਵਪਾਰੀ ਹੋ। ਫਿਰ ਕਹਿੰਦੇ ਨੇ ਆਪਣੇ ਸ਼ਰਧਾਲੂਆਂ ਨੂੰ ਤੁਸੀਂ ਇਸ ਦੁੱਤਰ ਔਖੇ ਸੰਸਾਰ ਤੋਂ ਪਾਰ ਕਿਵੇਂ ਲੰਘਾਓਗੇ। ਇਹ 17 ਦੇ ਵਿੱਚ ਸਵਾਲ ਹਨ ਜਿਹੜੇ ਕੀਤੇ ਨੇ ਵੀ ਦੁੱਤਰ ਸਾਗਰ ਤੋਂ ਪਾਰ ਲੰਘਣ ਲਈ ਗ੍ਰਸਥ ਤਿਆਗਣਾ, ਅਸੀਂ ਤਾਂ ਤਿਆਗ ਦਿੱਤਾ, ਤੇ ਤੁਸੀਂ ਕੀ ਕਰਦੇ ਹੋ, ਤੁਹਾਡੇ ਕੋਲ ਕਿਹੜਾ ਢੰਗ ਹੈ। ਕਹਿੰਦੇ ਜੇ ਤੁਸੀਂ ਹਾਟੀ ਬਾਟੀ ਨੂੰ ਤਿਆਗਣਾ ਹੀ ਨਹੀਂ ਸੀ, ਜੇ ਤੁਸੀਂ ਹੁਣ ਦੁਬਾਰਾ ਗ੍ਰਸਤੀਆਂ ਦੇ ਭੇਖ 'ਚ ਆ ਗਏ ਤਾਂ ਫਿਰ ਉਦੋਂ ਇਹ ਡਰਾਮਾ ਕਿਉਂ ਕੀਤਾ ਸੀ। ਉਹਨਾਂ ਦਾ ਸਿੱਧਾ ਜਵਾਬ ਵੀ ਡਰਾਮਾ ਕਿਉਂ ਕੀਤਾ ਸੀ, ਵੀ ਤੁਸੀਂ ਘਰ ਕਿਉਂ ਛੱਡਿਆ ਸੀ, ਕੱਪੜੇ ਕਿਉਂ ਬਦਲੇ ਸਨ, ਹੋਰ ਪੁਸ਼ਾਕਾਂ ਕਿਉਂ ਪਾਈਆਂ ਸਨ। ਇਸ ਸੰਸਾਰ ਤੋਂ ਪਾਰ ਲੰਘਣ ਲਈ ਆਪਣੇ ਸਿੱਖਾਂ ਨੂੰ ਕਿਹੜਾ ਰਸਤਾ ਦੱਸਦੇ ਹੋ। ਇਸ 17 ਨੰਬਰ ਪੌੜੀ ਵਿੱਚ ਸਵਾਲ ਜਿਹੜੇ ਹਨ, 4 ਸਵਾਲ ਸਿੱਧਾ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਰੱਖੇ। ਲੋਕ ਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਖੋਜਤ ਭੇ ਉਦਾਸੀ, ਵੀ ਅਸੀਂ ਤਾਂ ਗੁਰਮੁਖਾਂ ਦੀ ਖੋਜ ਦੇ ਲਈ ਉਦਾਸੀ ਬਣੇ ਸੀ। ਅਸੀਂ ਤਾਂ ਗੁਰਮੁਖਾਂ ਦੀ ਖੋਜ ਕਰਨ ਲਈ ਬਾਹਰ ਨਿਕਲੇ ਸੀ। ਅਸੀਂ ਤੁਹਾਡੇ ਵਾਂਗੂ ਲੋਕਾਂ ਨੂੰ ਦਿਖਾਉਣ ਲਈ ਉਦਾਸੀ ਨਹੀਂ ਬਣੇ। ਸਤਿਗੁਰੂ ਜੀ ਕਹਿੰਦੇ ਉਦੋਂ ਅਸੀਂ ਗੁਰਮੁਖਾਂ ਦੀ ਭਾਲ ਕਰਦੇ ਸੀ। ਦੁੱਤਰ ਸਾਗਰ ਤੋਂ ਪਾਰ ਲੰਘਣ ਲਈ ਗ੍ਰਸਥ ਤਿਆਗਣ ਦੀ ਲੋੜ ਨਹੀਂ ਹੈ। ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੇ ਨਾਮ ਨੂੰ ਸਿਮਰਦਿਆਂ ਹੀ ਵਿਕਾਰਾਂ ਤੋਂ ਬਚ ਸਕਦਾ ਹੈ। ਲੋੜ ਉਹਦੇ ਸਿਮਰਨ ਦੀ ਹੈ, ਉਹਦੀ ਯਾਦ ਦੀ ਹੈ, ਨਾ ਕਿ ਘਰ-ਬਾਰ ਛੱਡ ਕੇ ਤਿਆਗੀ ਬਣ ਜਾਣਾ। ਤੋਂ 17 ਤੇ 18 ਨੰਬਰ ਜਿਹੜੀ ਪੌੜੀ ਹੈ, ਜਿਹੜੇ ਸਿੱਧਾ ਨੇ ਪ੍ਰਸ਼ਨ ਕੀਤਾ ਵੀ ਜੇ ਤੁਹਾਨੂੰ ਹਾਟੀ ਬਾਟੀ ਤਿਆਗਣ ਦੀ ਗੱਲ ਪਸੰਦ ਹੀ ਨਹੀਂ ਤੇ ਫਿਰ ਤੁਸੀਂ ਕਿਉਂ ਉਦੋਂ ਹਾਟੀ ਬਾਟੀ ਤਿਆਗੀ ਸੀ। ਤੁਸੀਂ ਸੌਦਾ ਕਿਹੜਾ, ਤੁਹਾਡਾ ਕਿਹੜਾ ਵਪਾਰੀ ਹੋ, ਤੁਹਾਡੇ ਜੀਵਨ ਦਾ ਉਦੇਸ਼ ਕੀ ਹੈ। ਗ੍ਰਸਤੀ ਜੀਵਨ 'ਚ ਰਹਿ ਕੇ ਤੁਸੀਂ ਆਪਣੇ ਸਾਥੀਆਂ ਨੂੰ ਕਿਵੇਂ ਸੰਸਾਰ ਸਾਗਰ ਤੋਂ ਪਾਰ ਕਰ ਸਕਦੇ ਹੋ। ਅਸੀਂ ਤਾਂ ਘਰ-ਬਾਰ ਛੱਡ ਕੇ ਨਾ ਕਰ ਸਕੇ, ਸਾਨੂੰ ਤਾਂ ਅਜੇ ਤੱਕ ਨਾ ਮਿਲਿਆ। ਤੇ ਗੁਰੂ ਜੀ ਨੇ ਬੜੇ ਸੁੰਦਰ ਉੱਤਰ ਦਿੱਤੇ ਵੀ ਗੁਰਮੁਖਾਂ ਦੀ ਭਾਲ ਵਿੱਚ ਅਸੀਂ ਉਦਾਸੀ ਬਣੇ ਸਾਂ। ਵੈਸੇ ਅਸੀਂ ਗ੍ਰਸਤੀ ਹਾਂ। ਇਸ ਭੇਖ ਨੂੰ ਧਾਰਨ ਕਰਨ ਦਾ ਸਾਡਾ ਮਤਲਬ ਕੇਵਲ ਗੁਰਮੁਖਾਂ ਦੇ ਦਰਸ਼ਨ ਕਰਨਾ ਤੇ ਉਹਨਾਂ ਨੂੰ ਰੱਬ ਦੇ ਮਾਰਗ ਤੇ ਤੋਰ ਕੇ ਉਹਨਾਂ ਨੂੰ ਅੱਗੇ ਤੋਰਨਾ ਸੀ। ਅਸੀਂ ਕਿਸੇ ਭੇਖ ਨੂੰ ਮਹੱਤਵ ਨਹੀਂ ਦਿੰਦੇ। ਸਾਡਾ ਕਿਸੇ ਪਹਿਰਾਵੇ ਨਾਲ ਕੋਈ ਜੋੜ ਨਹੀਂ ਹੈ। ਭੇਖੀ ਪ੍ਰਭੂ ਨਾ ਲੱਭੀ ਬਿਨ ਸੱਚੀ ਸਿੱਖਣ ਬਣੇ। ਗੁਰੂ ਦੀ ਸਿੱਖਿਆ ਤੋਂ ਬਿਨਾਂ ਭੇਖਾਂ ਨਾਲ ਰੱਬ ਨਹੀਂ ਮਿਲਦਾ। 1099 ਅੰਕ ਤੇ ਗੁਰੂ ਪਾਤਸ਼ਾਹ ਦਾ ਇਹ ਸਿਧਾਂਤ ਸਾਨੂੰ ਦਿੱਤਾ ਹੋਇਆ। ਅਸੀਂ ਕਹਿੰਦੇ ਸੱਚ ਦੇ ਵਪਾਰੀ ਹਾਂ। ਅਸੀਂ ਸਿੱਖਿਆ ਤੇ ਅਮਲ ਕਰਕੇ ਫਿਰ ਕਹਿ ਲਓ ਸੰਗੀ ਸਾਥੀ ਸਗਲ ਤਰਾਈ ਵਾਲਾ ਸਾਡਾ ਫਾਰਮੂਲਾ ਹੈ। ਸਾਡੀ ਜੀਵਨ ਦਾ ਮਾਰਗ ਇਹੋ ਜਿਹਾ ਹੈ ਕਿ ਅਸੀਂ ਆਪਣੇ ਸਾਥੀਆਂ ਨੂੰ ਉਹਦੀ ਸਿੱਖਿਆ ਤੇ ਚੱਲ ਕੇ ਹੀ ਪਾਰ ਕਰ ਸਕਦੇ ਹਾਂ। ਉਹ 17 ਤੇ 18 ਨੰਬਰ ਪੌੜੀ ਦੇ ਵਿੱਚ ਇਹ ਜਿਹੜੇ ਸਵਾਲ ਸਨ ਸਿੱਧਾ ਦੇ ਤੇ ਗੁਰੂ ਪਾਤਸ਼ਾਹ ਦੇ ਜਵਾਬ ਸੀ। ਅੱਗੇ 19 ਤੇ 20 ਨੰਬਰ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਿੱਧਾ ਦੇ ਸਵਾਲ 19 ਨੰਬਰ ਪੌੜੀ ਦੇ ਵਿੱਚ ਹਨ ਵੀ ਹੇ ਉਦੋਂ ਨਾਨਕ ਇਹ ਦੱਸ ਵੀ ਤੂੰ ਆਪਣੀ ਜ਼ਿੰਦਗੀ ਕਿਵੇਂ ਬਦਲ ਲਈ ਹੈ। ਹੇ ਉਦੋਂ ਨਾਨਕ ਦੱਸ ਤੂੰ ਜ਼ਿੰਦਗੀ ਕਿਵੇਂ ਬਦਲ ਲਈ ਹੈ। ਦੂਜੀ ਗੱਲ, ਤੂੰ ਆਪਣੇ ਜੀਵਨ ਨੂੰ, ਆਪਣੇ ਮਨ ਨੂੰ ਕਿਹਦੇ ਨਾਲ ਜੋੜਿਆ ਹੈ। ਮਨ ਕਿੱਥੇ ਜੋੜਿਆ, ਮਨ ਦੀਆਂ ਆਸਾਂ ਤੇ ਫੁਰਨੇ ਕਿਵੇਂ ਮਿਟਾ ਲਏ ਹਨ। ਤੀਜਾ ਸਵਾਲ ਸੀ ਮਨ ਦੀਆਂ ਆਸਾਂ ਤੇ ਫੁਰਨੇ ਤੂੰ ਕਿਵੇਂ ਮਿਟਾ ਲਏ ਹਨ। ਤੁਹਾਨੂੰ ਰੱਬੀ ਪ੍ਰਕਾਸ਼ ਇੱਕ ਰਸ ਕਿਵੇਂ ਮਿਲਿਆ ਹੈ। ਲਗਾਤਾਰ ਤੁਸੀਂ ਆਨੰਦ ਕਹਿੰਦੇ ਲਗਾਤਾਰ ਰਸ ਬਣ ਜਾਂਦਾ ਹੈ। ਇਹ ਦੱਸੋ ਰੱਬੀ ਪ੍ਰਕਾਸ਼ ਲਗਾਤਾਰ ਰਹਿਣ ਵਾਲਾ ਤੁਹਾਨੂੰ ਕਿਵੇਂ ਮਿਲਿਆ ਹੈ। ਕਹਿੰਦੇ ਦੰਦਾਂ ਤੋਂ ਬਿਨਾਂ ਲੋਹਾ ਚੱਬਿਆ ਨਹੀਂ ਜਾ ਸਕਦਾ। ਦੰਦਾਂ ਤੋਂ ਬਿਨਾਂ ਲੋਹਾ ਚੱਬਿਆ ਨਹੀਂ ਜਾ ਸਕਦਾ। ਭਾਵ ਮਾਇਆ ਦੇ ਪ੍ਰਭਾਵ ਤੋਂ ਬਚਣਾ ਬੜਾ ਔਖਾ ਹੈ। ਜਿਨ੍ਹਾਂ ਇਹ ਉਨਾ ਹੀ ਔਖਾ ਜਿਨ੍ਹਾਂ ਦੰਦਾਂ ਤੋਂ ਬਿਨਾਂ ਲੋਹਾ ਚੱਬਣਾ ਹੈ। ਫਿਰ ਤੁਸੀਂ ਦੱਸੋ ਵੀ ਇਸ ਪ੍ਰਭਾਵ ਤੋਂ ਕਿਵੇਂ ਬਚ ਗਏ।
तो गुरु पातशाह जी ने ये सवाल सुने तो फिर जवाब दिता, कहते ये ठीक है, माया की चूड़ तो बचना लोहा ਚੱਬਣ समान औखा ही है, इस कोई शक नहीं है। पर जिमें जिमें गुरु की सिक्ख्या ते तुरना मन की भड़कना मुकदी गई। पर एक निजी सवाल सी, गुरु साहब कहते जिमें जिमें मैं गुरु की सिक्ख्या ते तुरया मेरे मन की भड़कना मुकदी गई। जवाब गुरु समझाया सारी दुनिया सृष्टि नूं है, अपने आप गल करके ये जवाब साडे लई दिता गुरु साहब जी ने। जिमें जिमें मैनूं प्रभु जुड़न दा आनंद आया, मेरा मन पतीजदा गया, मेरा मन उहदे च रंगिया जांदा रहा। गुरु के शब्द की बरकत नाल मेरे मन के फुरने ते दुनिया दीयां आसां मुक गईयां हन। गुरु के शब्द की बरकत के नाल रब्बी प्रकाश लभ पिया है, रब्बी नूरो नूर रब मैनूं अंदर अंदर ही लभ पिया है। हुण माया मेरे नेड़े नहीं टुकदी, पर यह सारा कुछ परमेश्वर की अपनी मेहर दे नाल ही हो सकता है। ये सारा कुछ जिहड़ा है ये परमेश्वर की मेहर दे नाल हो सकता, बिना मेहर तो ये जिहड़ा अवस्था जिहड़ी है ये नहीं बनती। तो 19 ते पौड़ी जिहड़ी 19 ते 20वीं पौड़ी जिहड़ी है ये सचमुच अध्यात्मक खेत्र विच जोगियां दे प्रश्न बहुत कीमती हैं, बड़े वडमूले जे प्रश्न हैं इत्थे गुरु पातशाह नूं जिहड़े कीते गए ते गुरु बाबा दे वल्लों दिते गए जिहड़े उत्तर हैं वो सचमुच अज रोशनी साडी चानन मनारा हैं, रस्ता दर्शाउंदे उत्तर हैं। हुण इत्थे जन्म बटाउण की गल की भी तू जन्म किवें बदलिया, इहदा मतलब सी तू जीवन विच परिवर्तन किवें कीती, चेंज किवें आई जिंदगी दे विच। हर मनुख जो आवागमन विच फसिया होया है वो दुखी है, बड़ा दुखी है, छुटकारा चाहुंदा है, वो अपने बंधना तो छुटकारा चाहुंदा है। गुरु बाबा जी ने उत्तर दिता कि सतगुर के घर में जन्म लैन दे नाल सतगुर की शरण पैण दे नाल, सतगुर कै जन्म है गबन मिटाया, भी सतगुर की शरण पैण दे नाल आसा तृष्णा रजोगुण तमोगुण सतोगुण सब उत्ते काबू पा लिया है। हुण इन्हां तो उपर चौथी अवस्था ते जाके पहुंच गया। जदों ये अडोल अवस्था फिर प्राप्त हो जाती है, फिर जगत में जो लोहे वांगू करड़ा है गुरमुख बन के इसनूं ਚੱਬ लईदा है, भाव इहनूं जित लईदा है। गुरमुख बन के इसनूं ਚੱਬ लईदा है, गुरमुख बन के इसनूं जित लईदा है। ये मन जीता जगजीत की अवस्था है। इत्थे मनमुख हार गुरमुख सद जीत का उपदेश दिता गया है। जिहड़े मनमुख हन हारदे हन ते गुरमुख जिहड़े हन वो जितदे हन। तो इत्थे सारी किरपा तारनहार गुरु परमेश्वर दी है। शरण पैण वालियां नूं गुरु संसार भवजल तो पार कर लैंदा है, पार कर दिंदा है। तो इत्थे गल जिहड़ी 20वीं पौड़ी विच सतगुरु जी ने जवाब दिता कि गुरमुख की शख्सियत शब्द की कमाई नाल बनती है। भी इत्थे जिहड़ी गल भी गुरमुख बनदा किवें है, वो है गुरु की शरण पै के फिर शब्द की कमाई करन दे नाल। भाव कमाई करने का की अर्थ है, शब्द नूं अपनी जिंदगी का हर हिस्से में लागू करना। इत्थे कमाई करने की जिहड़ी गल की दा मतलब है जो शब्द कहंदा उहनूं कार कमाउणी, गुर कहा सो कार कमाई की गल जिहड़ी इत्थे कीती है। फिर जदों इस अवस्था ते बंदा ये कार कमाउणी शुरू करदा, फिर आत्मक आनंद दे हुलारे आउंदे हन। जिहड़े आनंद पिया मेरी माए सतगुरु मैं पाया दी अवस्था उदों बनदी है। फिर शब्द की कमाई तो बिना खोखियां गल्लां मारन नाल कुछ नहीं बनदा। शब्द की कमाई भाव शब्द अनुसारी होने तो बिना खोखियां गल्लां दे नाल कुछ नहीं बनना। अनहद बाणी का प्रकाश उदों हुंदा है जदों हौमे अंदरों मुक जाती है। जब तक हौमे अंदर है उदों तक अंदर ज्ञान का प्रकाश नहीं हो सकता। संसार में जन्म लैन वाले की गिनती का कोई अंदाजा नहीं है भी कितनी दुनिया जन्म लैंदी है कितनी जाती है। पर इन्नी वड्डी दुनिया दे विचों गुरु की शरण पैण वाले तो बड़े उंगलां ते गिणे हुए होंदे हन, जिहड़े गुरु की शरण पै के सचमुच ही गुरु के दसे मार्ग ते चलते हैं। तो इस जिन्नी देर तक सतगुर कै जन्म है गबन मिटाया की गल जिहड़ी सानूं समझ नहीं आउंदी, उन्नी देर तक असी ये रब्बी मार्ग के उत्ते नहीं चल सकते। गुरु साहब जी ने यह गल जिहड़ी है इन्हां 19 ते 20 नंबर पौड़ी दे विच सानूं समझाई है। तो 21 नंबर पौड़ी दे पहलियां 4 पंक्तियां विच प्रश्न हैं ते 2 पंक्तियां विच उत्तर है। 21 नंबर पौड़ी दे विच 21 ते 22 23 जिहड़ी पौड़ी है ਉਹਦੇ ਵਿੱਚ ਵੀ ਅੱਗੋਂ ਪ੍ਰਸ਼ਨ ਗੁਰੂ ਕੀਤੇ ਗਏ ਹਨ। ਹੁਣ ਪਹਿਲਾ ਜਿਹੜਾ ਸਵਾਲ ਹੈ ਸ੍ਰਿਸ਼ਟੀ ਦੇ ਮੁੱਢ ਬਾਰੇ ਤੁਹਾਡਾ ਕੀ ਵਿਚਾਰ ਹੈ। ਇਹ ਬੜਾ ਟੇਢਾ ਜਿਹਾ ਸਵਾਲ ਸੀ ਵੀ ਸ੍ਰਿਸ਼ਟੀ ਦਾ ਮੁੱਢ ਪੁੱਛਿਆ ਵੀ ਤੁਹਾਡਾ ਕੀ ਵਿਚਾਰ ਹੈ। ਸ੍ਰਿਸ਼ਟੀ ਰਚਨਾ ਵੇਲੇ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ, ਅਗਲਾ ਸਵਾਲ ਦੂਜਾ ਕੀਤਾ।
8 ਸਵਾਲ ਹਨ ਇਹਨਾਂ ਪੌੜੀਆਂ ਦੇ ਵਿੱਚ। ਜਿਹੜੀ 20ਵੀਂ ਪੌੜੀ ਹੈ, ਇਹ 21ਵੀਂ ਪੌੜੀ ਹੈ, 8 ਸਵਾਲ ਹਨ ਜਿਹੜੇ ਸਿੱਧਾ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਰੱਖੇ। ਪਹਿਲਾ ਸੀ ਵੀ ਸ੍ਰਿਸ਼ਟੀ ਦੇ ਮੁੱਢ ਬਾਰੇ ਤੁਹਾਡਾ ਕੀ ਵਿਚਾਰ ਹੈ। ਦੂਜਾ ਸੀ ਸ੍ਰਿਸ਼ਟੀ ਰਚਨਾ ਵੇਲੇ ਪ੍ਰਮਾਤਮਾ ਦਾ ਟਿਕਾਣਾ ਕਿੱਥੇ ਸੀ। ਤੀਜਾ ਪ੍ਰਮਾਤਮਾ ਨਾਲ ਜਾਣ ਪਛਾਣ ਬਣਾਉਣ ਦਾ ਸਾਧਨ ਕੀ ਹੈ, ਵੀ ਇਹਦਾ ਸਾਧਨ ਕੀ ਹੈ। ਫਿਰ ਹਰੇਕ ਘਟ ਵਿੱਚ ਕਿਹਦਾ ਨਿਵਾਸ ਹੈ, ਕਿਸ ਜਗਤ ਕਿਸ ਸ਼ਕਤੀ ਦਾ ਨਿਵਾਸ ਹੈ। ਫਿਰ ਅਗਲਾ ਸਵਾਲ ਸੀ ਮੌਤ ਦੀ ਚੋਟ ਦਾ ਡਰ ਕਿਵੇਂ ਮੁਕਾਈ ਜਾ ਸਕਦੀ ਹੈ, ਪਰ ਮੌਤ ਦਾ ਡਰ ਕਿਵੇਂ ਮੁੱਕ ਸਕਦਾ ਹੈ। ਨਿਰਭੈਤਾ ਦੇ ਦਰਜੇ ਤੇ ਕਿਵੇਂ ਅਪੜਿਆ ਜਾ ਸਕਦਾ ਹੈ, ਕਿਵੇਂ ਹਉਮੈ ਰੂਪੀ ਵੈਰੀ ਦਾ ਨਾਸ਼ ਹੋ ਸਕਦਾ ਹੈ। ਸਹਿਜ ਤੇ ਸੰਤੋਖ ਦਾ ਆਸਣ ਕਿਵੇਂ ਪ੍ਰਾਪਤ ਹੋਵੇ। ਹੁਣ ਇੰਨੇ ਸਵਾਲ ਹਨ ਜਿਹੜੇ ਇਸ ਪੌੜੀ ਦੇ ਵਿੱਚ ਕੀਤੇ ਗਏ ਹੈ। ਤੇ ਅੱਗੇ ਪੌੜੀ ਨੰਬਰ 21 ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹਦੇ ਜਿਹੜੇ ਜਵਾਬ ਦਿੱਤੇ ਹਨ। ਤੇ ਪੌੜੀ ਨੰਬਰ 21 ਤੇ 22 ਦੀਆਂ 6 ਤੁਕਾਂ ਹਨ। ਦੋਹਾਂ ਪੌੜੀਆਂ ਦੀਆਂ ਪਹਿਲੀਆਂ 4 ਤੁਕਾਂ ਵਿੱਚ ਜੋਗੀਆਂ ਦੇ ਪ੍ਰਸ਼ਨ ਹਨ ਤੇ ਅਖੀਰਲੀਆਂ ਤੁਕਾਂ ਵਿੱਚ ਸਤਿਗੁਰੂ ਜੀ ਵੱਲੋਂ ਸਧਾਰਨ ਜਿਹਾ ਉੱਤਰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਤੇ ਇਹ ਜਿਹੜੇ ਉੱਤਰਾਂ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਅੱਗੇ ਵਿਸਥਾਰ ਸਹਿਤ ਉੱਤਰ ਜਿਹੜਾ ਉਹਦਾ ਦਿੱਤਾ, ਉਹ ਪੌੜੀ ਨੰਬਰ 23 ਦੇ ਵਿੱਚ ਪੌੜੀ 21 22 ਦੀ ਵਿਆਖਿਆ ਜਿਹੜੀ ਹੈ ਵਿਆਖਿਆ ਸਹਿਤ ਉੱਤਰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਤਾਂ ਇੱਥੇ ਗੁਰੂ ਸਾਹਿਬ ਜੀ ਨੇ ਜਿਹੜਾ ਸੰਖੇਪ ਜਿਹਾ ਉੱਤਰ ਨਾਲ ਦਿੱਤਾ, ਉਹ ਗੁਰੂ ਪਾਤਸ਼ਾਹ ਦੱਸਦੇ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਦੀ ਵਿਚਾਰਤਾ ਹੈਰਾਨੀ ਪੈਦਾ ਕਰਦੀ ਹੈ। ਮੈਂ ਜਦੋਂ ਆਪਾਂ ਦੀ ਵਿਚਾਰ ਕੀਤੀ ਸੀ, ਬੜੀ ਡਿਟੇਲ ਦੀ ਵਿਚਾਰ ਕੀਤੀ ਸੀ। ਇੱਥੇ ਗੁਰੂ ਸਾਹਿਬ ਜੀ ਨੇ ਉਤਪਤੀ ਦੀ ਗੱਲ ਜਿਹੜੀ ਹੈ ਉੱਥੇ ਆਰੰਭ ਦੀ ਗੱਲ ਕੀਤੀ ਸੀ, ਉਹਨਾਂ ਨੇ ਮੁੱਢ ਦੀ ਗੱਲ ਕੀਤੀ, ਗੁਰੂ ਸਾਹਿਬ ਨੇ ਆਰੰਭ ਦੀ ਗੱਲ ਕੀਤੀ। ਉਹਦਾ ਜਵਾਬ ਜਿਹੜਾ ਤੇ ਗੁਰੂ ਸਾਹਿਬ ਦੇ ਬੜੇ ਕਮਾਲ ਦੇ ਸਨ। ਜਦੋਂ ਆਪਾਂ ਸਿੱਧ ਗੋਸ਼ ਦੀ ਪੂਰੀ ਵਿਚਾਰ ਕੀਤੀ ਸੀ ਤਾਂ ਉਹਦੇ ਵਿੱਚ ਇਹ ਗੱਲਾਂ ਬੜੀਆਂ ਵਿਸਥਾਰ ਸਹਿਤ ਆਪਾਂ ਕੀਤੀਆਂ ਸੀ। ਕਹਿੰਦੇ ਸ੍ਰਿਸ਼ਟੀ ਦੀ ਉਤਪਤੀ ਦੀ ਵਿਚਾਰ ਤਾਂ ਬੜੀ ਹੈਰਾਨੀ ਪੈਦਾ ਕਰਨ ਵਾਲੀ ਹੈ। ਕੋਈ ਵੀ ਇਸ ਬਾਰੇ ਕੋਈ ਦੱਸ ਨਹੀਂ ਸਕਦਾ। ਜਦੋਂ ਜਗਤ ਨਹੀਂ ਸੀ ਤਦੋਂ ਪ੍ਰਮਾਤਮਾ ਆਪਣੇ ਆਪ ਵਿੱਚ ਆਪ ਹੀ ਟਿਕਿਆ ਹੋਇਆ ਸੀ। ਦੂਜਾ ਸਵਾਲ ਦਾ ਜਵਾਬ ਇਹ ਆ ਗਿਆ, ਜਗਤ ਰਚਨਾ ਹੋ ਜਾਣ ਤੇ ਇਹ ਜੀਵ ਪ੍ਰਭੂ ਦੇ ਹੁਕਮ ਵਿੱਚ ਇੱਥੇ ਆਉਂਦਾ ਹੈ ਤੇ ਹੁਕਮ ਅਨੁਸਾਰ ਹੀ ਇੱਥੋਂ ਜਿਹੜਾ ਹੈ ਉਹ ਤੁਰ ਜਾਂਦਾ ਹੈ। ਹੁਕਮ ਵਿੱਚ ਆਉਂਦਾ ਤੇ ਹੁਕਮ ਵਿੱਚ ਹੀ ਇੱਥੋਂ ਚਲੇ ਜਾਂਦਾ ਹੈ। ਹੋਰ ਪ੍ਰਸ਼ਨਾਂ ਦਾ ਉੱਤਰ ਹੈ ਗਿਆਨ ਪ੍ਰਾਪਤੀ ਕਰਨ ਦਾ ਅਸਲ ਸਾਧਨ ਹੈ ਕਿ ਮਨੁੱਖ ਗੁਰੂ ਦੀ ਸ਼ਰਨ ਵਿੱਚ ਪਵੇ। ਸਤਿਗੁਰੂ ਦੇ ਸ਼ਬਦ ਰਾਹੀਂ ਹੀ ਅਦ੍ਰਿਸ਼ਟ ਪ੍ਰਭੂ ਵਿੱਚ ਲੀਨ ਹੋ ਸਕੀਦਾ ਹੈ। ਫਿਰ ਕਾਮਦੇਵ ਵੈਰੀਆਂ ਨੂੰ ਜਿੱਤਣ ਦਾ ਸਾਧਨ ਗੁਰੂ ਦੀ ਸ਼ਰਨ ਪੈਣਾ ਹੈ ਤੇ ਮੌਤ ਦੇ ਡਰ ਤੋਂ ਮੁਕਤ ਹੋ ਜਾਣਾ ਇਹਦਾ ਸਾਧਨ ਹੈ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਨਾਮ ਵਿੱਚ ਜੁੜਨਾ। ਤੋਂ ਇੰਨਾ ਕੁਝ ਗੁਰੂ ਪਾਤਸ਼ਾਹ ਨੇ ਬੜਾ ਸੰਖੇਪ ਵਿੱਚ ਉੱਤਰ ਜਿਹੜਾ ਸੀ ਇਹ ਦੇ ਦਿੱਤਾ। ਹੁਣ ਦੇਖੋ ਕਮਾਲ ਦੀ ਗੱਲ ਹੈ, ਜਦੋਂ ਸਿੱਧਾ ਨੇ ਸਵਾਲ ਪੁੱਛਿਆ ਸੀ ਆਦ ਕੋ ਕਵਨ ਵਿਚਾਰ ਕਥੀ ਅਲੇ ਸੁਨ ਕਹਾਂ ਘਰ ਵਾਸੋ ਗਿਆਨ ਕੀ ਮੁਦਰਾ ਕਵਨ ਕਥੀ ਅਲੇ ਘਟ ਘਟ ਕਵਨ ਨਿਵਾਸੋ ਕਾਲ ਕਾ ਠੀਂਗਾ ਕਿਉਂ ਜਲਾਈ ਅਲੇ ਕਿਉਂ ਨਿਰਭਉ ਘਰ ਜਾਈਏ ਸਹਿਜ ਸੰਤੋਖ ਕਾ ਆਸਨ ਜਾਣੇ ਕਿਉਂ ਛੇਦੇ ਬੇਰਾਈਏ ਗੁਰ ਕੈ ਸ਼ਬਦ ਹੋਮੇ ਵਿਖ ਮਾਰੇ ਤਾਂ ਨਿਜ ਘਰ ਹੋਵੇ ਵਾਸੋ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੇ ਨਾਨਕ ਤਾਂ ਕਾ ਦੱਸੋ। ਇਹ 21ਵੀਂ ਪੌੜੀ ਦੇ ਵਿੱਚ ਸਨ ਤੇ ਗੁਰੂ ਪਾਤਸ਼ਾਹ ਜੀ ਨੇ ਇਹਦਾ ਜਿਹੜਾ ਸੰਖੇਪ ਜਿਹਾ ਆਪਾਂ ਇਸ ਪੌੜੀ ਦੀ ਵਿਚਾਰ ਕਰੀਏ ਤੇ ਪਹਿਲੀਆਂ 17 ਜਿਹੜੇ ਪ੍ਰਸ਼ਨ ਗੁਰੂ ਬਾਬਾ ਜੀ ਨੇ ਕੋਈ ਉਹਨਾਂ ਨੂੰ ਬਹੁਤ ਖਾਸ ਇੰਪੋਰਟੈਂਸ ਨਹੀਂ ਦਿੱਤੀ। ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਜਿਹੜਾ ਆਦ ਕੋ ਵਿਸਮਾਦ ਵਿਚਾਰ ਕਥੀ ਜਿਹੜਾ 23 ਨੰਬਰ ਪੌੜੀ ਵਿੱਚ ਇਹਦਾ ਡਿਟੇਲਡ ਵਿਆਖਿਆ ਜਾਂ ਉੱਤਰ ਗੁਰੂ ਪਾਤਸ਼ਾਹ ਨੇ ਦਿੱਤਾ ਵੀ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਬਸ ਗੁਰੂ ਸਾਹਿਬ ਕਹਿੰਦੇ ਆਪਣੇ ਆਪ ਜਾਣਦਾ, ਉਹਨੂੰ ਪਤਾ ਹੈ। ਇਸ ਤੋਂ ਬਾਅਦ ਜਿੰਨੀਆਂ ਵੀ ਹੋਰ ਵਿਚਾਰਾਂ ਨੇ ਕਹਿੰਦੇ ਮਨੋਕਲਪਤ ਹਨ। ਸੰਸਾਰ ਕੇ ਉਹਨੇ ਸਾਜਿਆ, ਉਹਨੇ ਪਸੀਨੇ ਤੋਂ ਸਾਜਿਆ, ਉਹਨੇ ਸਮੁੰਦਰ ਦੇ ਵਿੱਚ ਝੱਗ ਤੋਂ ਸਾਪਿਆ। ਮੇਦਨੀ ਦਾ ਜਿਹੜਾ ਪਿੱਛੇ ਜੇ ਕੌਮ ਦੇ ਆਗੂ ਵੱਲੋਂ ਬਿਆਨ ਦੇ ਦਿੱਤਾ, ਮੇਦਨੀ ਜਿਹੜੀ ਹੈ ਉਹ ਰੱਤ ਤੋਂ ਬਣ ਗਈ, ਮਿੱਝ ਤੋਂ ਬਣ ਗਈ, ਉਹਦਾ ਲੜਾਈ ਹੋਈ, ਝੂਠੀਆਂ ਜੀਆਂ ਬਾਹਾਂ। ਸ਼ਾਇਦ ਗੁਰੂ ਦੀ ਬਾਣੀ ਉਹਨਾਂ ਨੂੰ ਸਮਝ ਹੀ ਨਹੀਂ ਆਈ। ਐਡੇ ਵੱਡੀਆਂ ਪਦਵੀਆਂ ਤੇ ਬੈਠ ਕੇ ਵੀ ਅਸੀਂ ਇਹੋ ਜਿਹੀ ਗੱਲ ਕਰਦੇ ਹਾਂ। ਗੁਰੂ ਸਾਹਿਬ ਤਾਂ ਕਹਿੰਦੇ ਨੇ ਵਿਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਜਿਹੜਾ ਕਰਤਾ ਜਾਣਦਾ ਆਪੇ ਜਾਣਦਾ, ਪਰ ਉਹਦੇ ਹੁਕਮ ਵਿੱਚ ਹੋਈ ਕੀਤਾ ਪਸਾਓ ਇੱਕੋ ਕਵਾਉ ਦੀ ਗੱਲ ਗੁਰੂ ਸਾਹਿਬ ਜੀ ਨੇ ਇੱਥੇ ਗੱਲ ਕੀਤੀ। ਇਸ ਤਰ੍ਹਾਂ ਵਿਚਾਰ ਦਾ ਮੂਲ ਜਿਹੜਾ ਹੈ ਕਿ ਗੁਰੂ ਦੀ ਵਿਚਾਰ ਹੈ, ਗੁਰੂ ਨੇ ਵਿਚਾਰ ਦਿੱਤੀ ਹੈ। ਗੁਰੂ ਦੀ ਸੰਗਤ ਵਿੱਚ ਗੁਰੂ ਉਪਦੇਸ਼ ਦੁਆਰਾ ਨਿਜ ਸਰੂਪ ਦੀ ਪਛਾਣ ਕਰਨੀ ਹੀ ਗਿਆਨ ਦੀ ਅਸਲੀ ਨਿਸ਼ਾਨੀ ਹੈ। ਗਿਆਨ ਕੀ ਮੁਦਰਾ ਕਹਿੰਦੇ ਜੇ ਆਪਣੇ ਆਪ ਨੂੰ ਨਿਜ ਦੀ ਪਛਾਣ ਕਰ ਲਈ, ਜਦ ਤੱਕ ਨਿਜ ਦੀ ਪਛਾਣ ਨਹੀਂ ਮੈਂ ਕੀ ਹਾਂ, ਮੈਂ ਕਿਸ ਕਰਕੇ ਆਇਆ ਹਾਂ, ਮੇਰਾ ਜਗਤ ਤੇ ਆਉਣ ਦਾ ਮਨੋਰਥ ਕੀ ਹੈ, ਮੈਂ ਜਗਤ ਵਿੱਚ ਲਾਹਾ ਕਿਹੜਾ ਖੱਟਣਾ ਹੈ, ਮੈਂ ਜਗਤ ਤੋਂ ਲੈਣਾ ਕੀ ਹੈ,
ਇਹ ਸਵਾਲ ਕਿਉਂ ਕਿਹੜੇ ਕਮਾਲ ਦੇ ਹਨ। ਜਦ ਤੱਕ ਕਹਿੰਦੇ ਇਸ ਚੀਜ਼ ਦੀ ਪਛਾਣ ਨਹੀਂ ਹੋਈ, ਫਿਰ ਬੰਦਾ ਆਪਣੀ ਜ਼ਿੰਦਗੀ ਨੂੰ ਅਜਾਈਂ ਗਵਾ ਲੈਂਦਾ, ਫਿਰ ਜ਼ਿੰਦਗੀ ਦੀ ਕਮਾਈ ਨਹੀਂ ਕਰ ਸਕਦਾ। ਲਾਹਾ ਤਾਂ ਹੀ ਖੜ ਸਕਦਾ ਜੇ ਉਹਨੂੰ ਆਪਣੇ ਆਉਣ ਦਾ ਮਨੋਰਥ ਹੋਵੇ। ਵਪਾਰੀ ਵਪਾਰ ਕਰਦਾ, ਉਹਨੂੰ ਪਤਾ ਮੇਰਾ ਮਕਸਦ ਕੀ ਹੈ। ਜੇ ਨੌਕਰੀ ਵਾਲਾ ਨੌਕਰੀ ਦੇ, ਉਹਨੂੰ ਪਤਾ ਮੈਂ ਆਹ ਕੰਮ ਕਰਨਾ ਹੈ। ਜਿਹੜੀ ਵੀ ਸਰਵਿਸ ਚ ਉਹ ਆਪਣਾ ਕੰਮ ਚ ਕਰਦਾ। ਇਹ ਜਦ ਤੱਕ ਸਾਨੂੰ ਕਿਸੇ ਕੰਮ ਦੀ ਸਾਡੀ ਮੰਜ਼ਿਲ ਹੀ ਸਾਹਮਣੇ ਨਹੀਂ, ਮਨੋਰਥ ਦਾ ਹੀ ਨਹੀਂ ਪਤਾ, ਰਸਤਾ ਹੀ ਨਹੀਂ ਪਤਾ, ਤਾਂ ਅਸੀਂ ਫਿਰ ਉਹ ਮੰਜ਼ਿਲ ਤੇ ਪਹੁੰਚ ਕਿਵੇਂ ਸਕਦੇ ਹਾਂ। ਅਸਲ ਵਿੱਚ ਨਿੱਜ ਦੀ ਪਛਾਣ ਹੀ ਕਹਿੰਦੇ ਗਿਆਨ ਦੀ ਮੁਦਰਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਵੀ ਭਾਈ ਨਿੱਜ ਦੀ ਪਛਾਣ ਗੁਰੂ ਦੇ ਸ਼ਬਦ ਰਾਹੀਂ ਹੁੰਦੀ ਹੈ। ਗੁਰੂ ਦੇ ਸ਼ਬਦਾਂ ਰਾਹੀਂ ਜਦੋਂ ਬੰਦਾ ਆਤਮ ਪ੍ਰਾਇਣ ਅੰਦਰ ਵੱਲ ਨੂੰ ਝਾਤੀ ਮਾਰਦਾ, ਅੰਤਰਮੁਖੀ ਹੋ ਜਾਂਦਾ ਹੈ, ਫਿਰ ਮੌਤ ਦਾ ਡਰ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਫਿਰ ਉਹਨੂੰ ਗੱਲ ਸਮਝ ਆ ਜਾਂਦੀ ਹੈ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਦੀ ਗੱਲ ਸਮਝ ਆ ਜਾਂਦੀ ਹੈ। ਇਹ ਗੱਲ ਸਮਝ ਆ ਜਾਂਦੀ ਹੈ ਵੀ ਨਿਰਭਉ ਸੰਗ ਤੁਮਾਰੇ ਬਸਤਾ ਡਰਨ ਕਹਾਂ ਤੇ ਆਇਆ, ਡਰਨ ਦੀ ਕਹਾਂ ਦੀ ਲੋੜ ਕੀ ਹੈ। ਮੌਤ ਨੇ ਆਉਣਾ ਹੀ ਹੈ, ਮੌਤ ਨੂੰ ਯਾਦ ਰੱਖਣਾ ਬਹਾਦਰੀ ਹੈ, ਤੇ ਮੌਤ ਤੋਂ ਡਰ ਜਾਣਾ ਬੁਜ਼ਦਲੀ ਹੈ। ਦੋ ਗੱਲਾਂ ਬੜੀਆਂ ਸਾਂਝ ਜੀਵਨ ਦੀ ਸੱਚਾਈ ਹੈ। ਮੌਤ ਤੋਂ ਡਰ, ਹਾਏ ਮਰ ਜਾਣਾ, ਹਾਏ ਮਰ ਜਾਣਾ, ਇਹ ਕਮਜ਼ੋਰੀ ਦੀ ਨਿਸ਼ਾਨੀ ਹੈ। ਤੇ ਮੌਤ ਨੂੰ ਯਾਦ ਰੱਖ, ਹਾਂ ਮੌਤ ਆਉਣੀ ਹੈ, ਉਹਦੀ ਤਿਆਰੀ ਕਰੀਏ। ਜਿਹੜੀ ਚੀਜ਼ ਆਉਣੀ ਹੈ ਉਹਦਾ ਟਾਕਰਾ ਕਰਨਾ ਸਿੱਖੀਏ ਵੀ ਅਸੀਂ ਕਿਸ ਢੰਗ ਨਾਲ, ਉਹ ਮੌਤ ਨੇ ਆਉਣਾ ਹੀ ਆਉਣਾ ਹੈ, ਅਸੀਂ ਜੀਵਨ ਕਿਵੇਂ ਜਿਉਣਾ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਪੌੜੀਆਂ ਦੇ ਵਿੱਚ ਦਿੱਤੀ ਹੈ ਵੀ ਗੁਰੂ ਦੇ ਉਪਦੇਸ਼ ਨਾਲ ਜਦੋਂ ਜੀਵ ਨਿਰਭਉ ਹੋ ਜਾਂਦਾ ਹੈ, ਸੱਤ ਦੇ ਸੰਤੋਖ ਦਾ ਆਸਣ ਫਿਰ ਉਦੋਂ ਮਿਲਦਾ ਹੈ। ਉਹਦੇ ਲਈ ਫਿਰ ਕਾਮ ਕ੍ਰੋਧ ਦੇ ਜਿਹੜੇ ਵੈਰੀ ਹਨ ਉਹ ਵਿੰਨੇ ਜਾਂਦੇ ਹਨ ਜਦੋਂ ਸੱਤ ਸੰਤੋਖ ਦੇ ਆਸਣ ਤੇ ਬੈਠਦਾ ਹੈ। ਫਿਰ ਅਗਲਾ ਪ੍ਰਸ਼ਨ ਜੀ ਜੋਗੀਆਂ ਦਾ, ਵੀ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਚਲਾ ਜਾਂਦਾ ਹੈ, ਕਿੱਥੇ ਜਾ ਕੇ ਸਮਾ ਜਾਂਦਾ ਹੈ। ਇਸ ਬਚਨ ਨੂੰ ਜਿਹੜਾ ਸਾਨੂੰ ਕਹਿੰਦੇ ਦੱਸ ਦਿਓ, ਅਸੀਂ ਤਾਂ ਉਹਦੇ ਦਾਸ ਬਣ ਜਾਵਾਂਗੇ। ਜਿਹੜੇ ਜੋਗੀ ਹੈ ਵੀ ਅਸੀਂ ਸਮਝਾਂਗੇ ਉਹਨੂੰ ਕੋਈ ਰਤੀ ਭਰ ਵੀ ਲਾਲਚ ਨਹੀਂ ਹੈ, ਉਹ ਬਿਲਕੁਲ ਨਿਰਲੇਪ ਹੋ ਕੇ ਆਪਣੀ ਜ਼ਿੰਦਗੀ ਜੂ ਰਿਹਾ। ਗੁਰੂ ਸਾਹਿਬ ਜੀ ਨੇ ਉਤਰਾਂ ਦਾ ਇਹਨਾਂ ਸਵਾਲਾਂ ਦਾ ਜਵਾਬ ਬੜਾ ਕਮਾਲ ਦਾ ਦਿੱਤਾ। ਕਹਿੰਦਾ ਜੀਵ ਹੁਕਮ ਵਿੱਚ ਆਉਂਦਾ ਹੈ ਤੇ ਹੁਕਮ ਵਿੱਚ ਜਾਂਦਾ ਹੈ। ਆਉਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਉਹ ਹੁਕਮ ਵਿੱਚ ਹੀ ਸਮਾਇਆ ਰਹਿੰਦਾ ਹੈ। ਜੋ ਜੀ ਪੂਰੇ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਸੱਚ ਨੂੰ ਕਮਾਉਂਦਾ ਹੈ, ਉਹ ਗੁਰੂ ਦੇ ਸ਼ਬਦ ਦੁਆਰਾ ਹੀ ਪ੍ਰਭੂ ਦੀ ਗਤੀ ਦੇ ਅਨੁਮਾਨ ਨੂੰ ਪਾ ਲੈਂਦਾ ਹੈ। ਤਾਂ ਹੁਣ ਦੇਖੋ ਇਹਨਾਂ ਦੋਨਾਂ ਪੌੜੀਆਂ ਦੇ ਵਿੱਚ ਸਾਨੂੰ ਜਿਹੜਾ ਮਿਲਦਾ ਕੀ ਹੈ ਵੀ ਐਵੇਂ ਅਟਕਲ ਪੰਜੂ ਗੱਲਾਂ ਦੇ ਨਾਲ ਜਿੰਨੀਆਂ ਮੰਨਜੀ ਅਸੀਂ ਗੱਲਾਂ ਕਰੀ ਚਲੀਏ, ਇਹ ਉੱਤਰ ਇੰਨਾ ਆਸਾਨ ਨਹੀਂ ਹੈ ਜਿੰਨਾ ਜੋਗੀਆਂ ਨੇ ਸਵਾਲ ਕੀਤੇ ਹਨ। ਜੋਗੀ ਇਹ ਸਵਾਲ ਇਹ ਕਦੀ ਨਾ ਕਹਿੰਦੇ ਇਹ ਸ਼ਬਦ ਕੋ ਜੋ ਅਰਥ ਆਵੇ ਤਿਸ ਗੁਰ ਤਿਲ ਨਾ ਤਮਾਈ। ਉਹਨਾਂ ਨੂੰ ਲੱਗਦਾ ਸੀ ਵੀ ਗੁਰੂ ਨਾਨਕ ਕਿਹੜਾ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਆ ਜਾਂ ਇਹਨਾਂ ਸਵਾਲਾਂ ਬਾਰੇ ਦੱਸ ਸਕਦੇ ਆ। ਤਾਂ ਉਹਨਾਂ ਨੇ ਇੱਥੋਂ ਤੱਕ ਹੀ ਗੱਲ ਕਰ ਦਿੱਤੀ ਵੀ ਅਸੀਂ ਤਾਂ ਉਹਦੇ ਸਮਝਾਂਗੇ ਵੀ ਉਹ ਸਭ ਵੀ ਚਾਹੁੰਦਾ ਹੈ, ਉਹਨੂੰ ਕੋਈ ਲਾਲਚ ਨਹੀਂ ਹੈ, ਤੇ ਉਹ ਜ਼ਿੰਦਗੀ ਦੇ ਸਾਰੇ ਉੱਚੀਆਂ ਅਵਸਥਾ ਨੂੰ ਪਹੁੰਚ ਚੁੱਕਾ। ਇਹ ਜੋਗੀਆਂ ਨੇ ਸਿੱਧਾ ਨੇ ਗੁਰੂ ਅੱਗੇ ਜਵਾਬ ਜਿਹੜਾ ਸੀ ਦਿੱਤਾ ਸੀ। ਗੁਰੂ ਸਾਹਿਬ ਜੀ ਨੇ ਫਿਰ ਇਸ ਪੌੜੀ ਦੀ ਜਿਹੜੀ ਪੰਜਵੀਂ ਲਾਈਨ ਸੀ ਉਹ 'ਚ ਜਵਾਬ ਦਿੱਤਾ, ਪਰਮੇਸ਼ਰ ਦੇ ਹੁਕਮ ਵਿੱਚ ਹੀ ਸਾਰੀ ਆਵਾਜਾਈ ਹੁੰਦੀ ਹੈ। ਇਹ ਸਿਧਾਂਤ ਮੈਂ ਥੋੜਾ ਜਿਹਾ ਸਮਾਂ ਲੈ ਰਿਹਾ ਇਸ ਕਰਕੇ ਵੀ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ। ਅੱਜ ਵੀ ਬਹੁਤ ਸਾਰੀ ਚਰਚਾ ਦੇ ਵਿਸ਼ੇ ਚੀਜ਼ਾਂ ਦੀਆਂ ਬਣੀਆਂ ਹੋਈਆਂ ਨੇ। ਇਹ ਕਹਿੰਦੇ ਨੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਸਭ ਆਵਾਜਾਈ ਹੈ। 6ਵੀਂ ਸਤਰ ਤੋਂ ਇਸ ਪੌੜੀ ਦੀ ਗੱਲ ਪਤਾ ਲੱਗਦੀ ਹੈ ਵੀ ਇਹ ਖੇਡ ਕੇਵਲ ਮੇਰੇ ਮਾਲਕ ਦੀ ਹੈ। ਉਹ ਖੇਡ ਨੂੰ ਖਿਡਾਉਂਦਾ ਤੇ ਅਸੀਂ ਖੇਡ ਇੱਥੇ ਖੇਡਦੇ ਹਾਂ। ਜਿਹੜਾ ਜੀਵ ਗੁਰੂ ਦੀ ਸ਼ਰਨ ਪੈ ਕੇ ਸੱਚ ਦੀ ਦਾਤ ਪ੍ਰਾਪਤ ਕਰ ਲੈਂਦਾ, ਉਹਦੀ ਕਮਾਈ ਕਰਦਾ, ਉਸ ਪ੍ਰਭੂ ਨੂੰ, ਉਹ ਪ੍ਰਭੂ ਦੀ ਗਤੀ ਦਾ ਥੋੜਾ ਬਹੁਤਾ ਅੰਦਾਜ਼ਾ ਲਾ ਸਕਦਾ ਹੈ, ਜ਼ਿਆਦਾ ਨਹੀਂ, ਥੋੜਾ ਬਹੁਤਾ ਉਹਨੂੰ ਸਮਝ ਜੀ ਆ ਜਾਂਦੀ ਹੈ। ਪੂਰੀ ਤਰ੍ਹਾਂ ਵਰਣਨ ਉਹ ਵੀ ਨਹੀਂ ਕਰ ਸਕਦਾ। ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਇੱਕ ਸਤਿਗੁਰੂ ਜੀ ਨੇ ਸੋਠ ਰਾਗ ਵਿੱਚ ਇੱਕ ਸ਼ਬਦ ਲਿਖਿਆ, ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ, ਜਾਤ ਅਜਾਤ ਅਜੂਨੀ ਸੰਭੂ ਨਾ ਤਿਸ ਭਾਉ ਨਾ ਭਰਮਾ, ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸਾਚੇ ਸ਼ਬਦ ਨਿਸ਼ਾਨ। ਤਾਂ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਜਿਹੜੀ ਸੀ ਇਹ ਸਾਨੂੰ ਸਮਝਾਈ। ਸੋਠ ਰਾਗ ਦਾ ਬਚਨ ਹੈ, ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਇਸ 23 ਨੰਬਰ ਪੌੜੀ ਵਿੱਚ ਅੱਗੋਂ ਵਿਸਤਾਰ ਸਹਿ ਜਵਾਬ ਦਿੱਤਾ ਗੁਰੂ ਮਹਾਰਾਜ ਨੇ, ਜਿਹੜੀ ਸਿੱਧਾ ਨੇ ਸਵਾਲ ਕੀਤੇ ਸੀ। ਆਦਿ ਕੋ ਵਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲਿਆ, ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ, ਘਟ ਘਟ ਸਾਚਾ ਸਰਬ ਜੀਆਂ, ਗੁਰ ਬਚਨੀ ਅਵਗਤ ਸਮਾਈਏ, ਤਤ ਨਿਰੰਜਨ ਸਹਿਜ ਲਹੇ, ਨਾਨਕ ਦੂਜੀ ਕਾਰ ਨ ਕਰਨੀ, ਸੇਵੇ ਸਿੱਖ ਸੋ ਖੋਜ ਲਹੇ। ਹੁਕਮ ਵਿਸਮਾਦ ਹੁਕਮ ਪਛਾਣੇ,
जी जुगत सच जाने सोई, आप मेट निरालम होवे, अंतर साच जोगी कहिए सोई। ਇਹ ਗੁਰੂ ਪਾਤਸ਼ਾਹ ਜੀ ਨੇ ਇਹਦੇ ਚ ਜਿਹੜਾ ਸੀ ਉਹ ਜਵਾਬ ਦੇ ਦਿੱਤਾ। ਹੁਣ ਗੁਰੂ ਸਾਹਿਬ ਜੀ ਨੇ ਸ੍ਰਿਸ਼ਟੀ ਰਚਨਾ ਬਾਰੇ ਆਮ ਚਿੰਤਕਾਂ ਵਾਂਗੂ ਕੋਈ ਕਲਪਨਾ ਨਹੀਂ ਕੀਤੀ ਕਿ ਪ੍ਰਭੂ ਨੇ ਸੰਸਾਰ ਨੂੰ ਕਿਵੇਂ ਹੋਂਦ ਚ ਲਿਆਂਦਾ। ਕਹਿੰਦੇ ਇਹ ਗੱਲ ਤਾਂ ਸਮਝ ਤੋਂ ਪਰੇ ਹੈ। ਕੋਈ ਨਿਸ਼ਚਿਤ ਗੱਲ ਕਰਨੀ ਹੈ ਤਾਂ ਉਹ ਹੈ ਸਿਰਫ ਪਰਮੇਸ਼ਰ ਦਾ ਹੁਕਮ। ਬਸ ਇੱਕੋ ਗੱਲ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਉਹਦੇ ਹੁਕਮ ਵਿੱਚ ਸ੍ਰਿਸ਼ਟੀ ਬਣੀ ਹੈ। ਤਾਂ ਗੁਰੂ ਸਾਹਿਬ ਜੀ ਨੇ ਇੱਕ ਮਾਰੂ ਰਾਗ ਦੇ ਵਿੱਚ ਵੀ ਇੱਕ ਇਹੋ ਜਿਹਾ ਵਿਚਾਰ ਪ੍ਰਗਟ ਕੀਤੇ ਹੈ, ਜਿਹੜਾ ਸ਼ਬਦ 1033 ਅੰਕ 1036 ਅੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਦਰਜ ਹੈ। ਵਿਰਲੇ ਕੋ ਗੁਰ ਸ਼ਬਦ ਸੁਨਾਇਆ, ਕਰ ਕਰ ਦੇਖੇ ਹੁਕਮ ਸਬਾਇਆ, ਖੰਡ ਬ੍ਰਹਮੰਡ ਪਾਤਾਲ ਆਰੰਭੇ, ਗੁਪਤੋ ਪ੍ਰਗਟੀ ਆਇੰਦਾ। ਇਹ ਮੈਂ ਪ੍ਰਮਾਣ ਉਦੋਂ ਵੀ ਵਰਤਿਆ ਸੀ ਜਦੋਂ ਆਪਾਂ ਇਹਦੀ ਵਿਚਾਰ ਕੀਤੀ ਸੀ, ਤਾਂ ਉੱਥੋਂ ਹੀ ਇਹ ਪ੍ਰਮਾਣ ਮੈਂ ਅੱਜ ਵੀ ਤੇ ਨੋਟ ਕੀਤਾ ਵੀ ਜਿਹੜਾ ਅਸੀਂ ਇਸ ਪੌੜੀ ਦੀ ਵਿਚਾਰ ਕਰਦਿਆਂ ਹੀ ਇਹ ਵਰਤਿਆ ਸੀ। ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਚ ਰਤੇ ਵਿਸਮਾਦੀ, ਵਿਸਮ ਭੇ ਗੁਣ ਗਾਇਨ ਦਾ। ਸਾਚ ਰਤੇ ਵਿਸਮਾਦੀ, ਵਿਸਮਾਦ ਉਹ ਅਵਸਥਾ ਜਿੱਥੇ ਗੱਲ ਕਰਦਾ ਹੀ ਨਹੀਂ, ਜਿੱਥੇ ਕਹਿੰਦਾ ਹੀ ਨਹੀਂ ਕਿਵੇਂ ਹੋਈ ਸੀ। ਉਹ ਕਹਿੰਦਾ ਜਿਵੇਂ ਉਹਦੇ ਹੁਕਮ ਹੋਇਆ ਤਾਂ ਹੋ ਗਈ। ਵਿਸਮਾਦ ਉਹਨੂੰ ਕਹਿੰਦੇ ਨੇ, ਵਿਸਮ ਭੇ ਗੁਣ ਗਾਇਨ ਦਾ। ਕਹਿੰਦੇ ਇਹ ਅਵਸਥਾ ਫਿਰ ਜੋ ਗੁਣ ਹੀ ਗਾਉਂਦਾ, ਬਸ ਦਲੀਲਾਂ ਨਹੀਂ ਦਿੰਦਾ। ਜੋ ਕੁਦਰਤ ਹੈ, ਸਾਰਾ ਰੱਬ ਕੁਦਰਤੀ ਹੈ, ਹੋਰ ਹੈ ਹੀ ਕੋਈ ਨਹੀਂ, ਰੱਬ ਕਿਤੇ ਹੈ ਹੀ ਨਹੀਂ। ਉਹ ਇਹੋ ਜਿਹੀਆਂ ਦਲੀਲਾਂ ਫੋਕੀਆਂ ਦਾ ਸਹਾਰਾ ਨਹੀਂ ਲੈਂਦਾ। ਉਹ ਸਿਰਫ ਉਹਦੀ ਰਚਨਾ ਦੀ ਗੱਲ ਕਰਦਾ ਵੀ ਉਹ ਕਰਤਾਰ ਨੇ ਰਚਿਆ ਹੈ। ਤੋ ਇੱਥੇ ਵਿਸਮ ਪੇਖੇ ਵਿਸਮ ਸੁਣੀਏ ਵਿਸਮਾਦ ਨਦਰੀ ਆਇਆ ਦੀ ਗੱਲ ਜਿਹੜੀ ਹੈ ਤਤ ਗਿਆਨ ਹੈ। ਵਿਸਮ ਪੇਖੇ ਵਿਸਮ ਸੁਣੀਏ ਵਿਸਮਾਦ ਨਦਰੀ ਆਇਆ, ਇਹ ਵੀ ਗੁਰੂ ਪਾਤਸ਼ਾਹ ਦਾ ਬਚਨ ਹੈ ਵੀ ਦੇਖੋ ਵਿਸਮ ਨੂੰ ਪੇਖਣਾ, ਦੇਖ ਲੈਣਾ, ਵਿਸਮ ਦੀ ਗੱਲ ਸੁਣ ਲੈਣੀ ਤੇ ਵਿਸਮ ਨੂੰ ਵੇਖ ਲੈਣਾ। ਨਦਰੀ ਆਇਆ, ਸਾਨੂੰ ਪ੍ਰਗਟ ਕਰ ਲੈਣਾ, ਇਹ ਤਤ ਗਿਆਨ ਹੈ। ਜਦੋਂ ਇਹ ਰਚਨਾ ਸੀ, ਰਚਨਾ ਨਹੀਂ ਸੀ ਹੋਈ, ਉਦੋਂ ਵੀ ਉਹ ਆਪ ਸੀ। ਜਦੋਂ ਇਸ ਰਚਨਾ ਦਾ ਅੰਤ ਹੋ ਜਾਏਗਾ ਤਦ ਵੀ ਉਹ ਆਪਣੇ ਆਪ ਹੀ ਰਹੇਗਾ। ਪੂਰੇ ਦਾ ਕੀਤਾ ਹੋਇਆ ਸਭ ਕੁਝ ਪੂਰਾ ਹੈ, ਮੁਕੰਮਲ ਹੈ, ਅਧੂਰਾ ਜਾਂ ਘੱਟ ਕੁਝ ਨਹੀਂ ਹੈ। ਉਹ ਹਮੇਸ਼ਾ ਪੂਰਾ ਹੈ। ਘਾਟ ਹਮੇਸ਼ਾ ਉਸ ਚੀਜ਼ ਵਿੱਚ ਪਾਈ ਜਾਂਦੀ ਹੈ ਜਿਸ ਤੋਂ ਪਹਿਲਾਂ ਕੋਈ ਚੀਜ਼ ਵੇਖੀ ਗਈ ਹੋਵੇ। ਜਦੋਂ ਉਹ ਤੋਂ ਪਹਿਲਾਂ ਕੋਈ ਵੇਖਿਆ ਹੀ ਨਹੀਂ ਸੀ। ਇਸ ਬਾਰੇ ਗੁਰੂ ਪਾਤਸ਼ਾਹ ਦਾ ਇੱਕ ਬੜਾ ਵਧੀਆ ਵਿਚਾਰ ਆਉਂਦਾ ਹੈ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰਪਾਰੀ, ਆਪੇ ਕੁਦਰਤ ਕਰ ਕਰ ਦੇਖੇ, ਸੁਨੋ ਸੁਨ ਉਪਾਇੰਦਾ। ਬੜਾ ਵੱਡਾ ਸ਼ਬਦ ਹੈ। ਗੁਰੂ ਪਾਤਸ਼ਾਹ ਕਹਿੰਦੇ ਸੁਨ ਸੀ, ਆਪ ਸੀ, ਉਹਨੂੰ ਤੁਹਾਨੂੰ ਇਹ ਗੱਲਾਂ ਦਲੀਲਾਂ ਦੇਣ ਦੀ ਲੋੜ ਕਿਉਂ ਪਈ ਹੈ ਜੋ ਏਦਾਂ ਬਣਿਆ ਜੀ, ਉਹ ਫਲਾਣੀ ਤੋਂ ਬਣਿਆ? ਨਹੀਂ, ਬਣੀ ਧਰਤੀ ਬਣੀ ਕੇਵਲ ਉਸ ਮਾਲਕ ਦੇ ਹੁਕਮ ਦੇ ਨਾਲ, ਉਸ ਪਰਮੇਸ਼ਰ ਦੀ ਜੋ ਪਰਮੇਸ਼ਰ ਦੀ ਰਜ਼ਾ ਦੇ ਅੰਦਰ ਜੋ ਉਹਨੇ ਕੀਤਾ, ਬਸ ਇਹੋ ਹੀ ਸਮਝ ਲੈਣਾ ਚਾਹੀਦਾ ਹੈ। ਕੀਤਾ ਪਸਾਓ ਇੱਕੋ ਕਵਾਓ, ਉਸ ਤੇ ਸਾਰੀ ਧਰਤੀ ਤੇ ਸਾਰਾ ਪਸਾਰਾ ਜਿਹੜਾ ਸੀ ਉਸ ਤੋਂ ਜਿਹੜਾ ਹੈ ਉਹ ਬਣ ਗਿਆ। ਤੋਂ ਅੱਗੇ ਗੁਰੂ ਸਾਹਿਬ ਜੀ ਨੇ ਲਗਾਤਾਰ ਪੌੜੀ ਨੰਬਰ 24 ਤੋਂ ਲੈ ਕੇ 42 ਤੱਕ ਫਿਰ ਗੁਰੂ ਸਾਹਿਬ ਆਪਣੇ ਮਤ ਦੀ ਵਿਚਾਰ ਵਿਆਖਿਆ ਕਰ ਰਹੇ ਹਨ। ਇੱਥੇ ਸਵਾਲ ਕੋਈ ਨਹੀਂ ਹੈ ਜੋਗੀਆਂ ਵੱਲੋਂ, ਤੇ ਇਹਨੂੰ ਸੰਖੇਪ ਵਿੱਚ ਆਪਾਂ ਵਿਚਾਰ ਕਰਦੇ ਅੱਗੇ ਤੁਰੇ ਜਾਵਾਂਗੇ। 24ਵੀਂ ਪੌੜੀ ਵਿੱਚ ਕਿਹਾ ਵੀ ਗੁਰੂ ਸ਼ਬਦ ਦੀ ਬਰਕਤ ਨਾਲ ਮਨੁੱਖ ਨੂੰ ਯਕੀਨ ਵੱਜਦਾ ਕਿ ਸਾਰਾ ਜਗਤ ਪ੍ਰਭੂ ਨੇ ਆਪ ਬਣਾਇਆ ਹੈ। ਹੁਣ ਉਹਦਾ ਵਿਆਖਿਆ ਕਰਦੇ ਨੇ ਅੱਗੇ, ਸਿੱਧਾ ਨੇ ਸਵਾਲ ਨਹੀਂ ਕੀਤਾ। ਔਰ ਗੁਰੂ ਸਾਹਿਬ ਦੱਸ ਰਹੇ ਨੇ ਵੀ ਇਹ ਸਮਝ ਕਦੋਂ ਆਉਂਦੀ ਜਦੋਂ ਗੁਰੂ ਦਾ ਸ਼ਬਦ ਹਿਰਦੇ 'ਚ ਵਸ ਜਾਂਦਾ। ਉੱਚੀ ਆਤਮਿਕ ਅਵਸਥਾ ਤੇ ਪਹੁੰਚ ਕੇ ਅੱਪੜ ਕੇ ਮਨੁੱਖ ਸਭ ਜੀਵਾਂ ਵਿੱਚ ਉਹਦੀ ਜੋਤ ਨੂੰ ਵੇਖਦਾ ਹੈ। ਸਭ ਮੈਂ ਜੋਤ ਹੈ ਸੋਈ ਦੀ ਅਵਸਥਾ ਤੇ ਜਾ ਪਹੁੰਚਦਾ ਜੋ ਉਸਦੇ ਆਪਣੇ ਅੰਦਰ ਵੀ ਹੈ। ਸਭ ਜੀਵਾਂ ਨਾਲ ਦਇਆ ਪ੍ਰੇਮ, ਉਹਦਾ ਸੁਭਾਅ ਬਦਲ ਜਾਂਦਾ ਹੈ। ਰੁੱਖਾਪਨ ਖਤਮ ਹੋ ਜਾਂਦਾ ਹੈ, ਕੋਰਾਪਨ ਖਤਮ ਹੋ ਜਾਂਦਾ ਹੈ। ਉਹਦੇ ਅੰਦਰ ਪ੍ਰੇਮ ਸਤ ਸੰਤੋਖ ਦਇਆ ਧਰਮ ਦੇ ਗੁਣ ਆ ਜਾਂਦੇ ਹਨ। ਉਹਦਾ ਆਪਣਾ ਹਿਰਦਾ ਕਮਲ ਫੁੱਲ ਵਾਂਗੂ ਖਿੜ ਜਾਂਦਾ ਹੈ। ਤੇ ਜਦੋਂ ਆਪਣਾ ਖਿੜ ਜਾਂਦਾ ਹੈ, ਕਹਿੰਦੇ ਅਸਲ ਵਿੱਚ ਜੋਗੀ ਅਸਲ ਵਿੱਚ ਇਹੋ ਹੀ ਹੈ। ਇਹ ਯੋਗ ਹੈ ਕਿ ਮਨੁੱਖ ਦਾ ਆਪਣਾ ਹਿਰਦਾ ਵੀ ਖਿੜ ਜਾਏ ਤੇ ਦੂਜਿਆਂ ਨੂੰ ਵੀ ਖਿੜਾ ਸਕੇ। ਕੇਵਲ ਆਪ ਨਹੀਂ, ਆਪਣਾ ਵੀ ਖਿੜੇ। ਤੇ ਦੇਖੋ ਸੁਗੰਧੀ ਤਾਂ ਫੁੱਲ ਉਦੋਂ ਹੀ ਦਿੰਦਾ ਨਾ ਜਦੋਂ ਖਿੜਦਾ ਹੈ। ਪਹਿਲਾਂ ਤਾਂ ਫੁੱਲ ਲੱਗਦਾ ਹੈ, ਡੋਡੀ ਬਣਦੀ ਹੈ, ਫੁੱਲ ਵੱਡਾ ਹੁੰਦਾ, ਉਹ ਤਾਂ ਕੋਈ ਸੁਗੰਧੀ ਨਹੀਂ ਹੁੰਦੀ। ਪਰ ਫੁੱਲ ਜਦੋਂ ਖਿੜਦਾ ਉਦੋਂ ਪਤਾ ਲੱਗਦਾ ਹੈ ਕਾਹਦਾ ਗੁਲਾਬ ਹੈ ਜੀ, ਗੁਲਾਬ ਖਿੜਿਆ ਹੋਇਆ। ਇਹ ਰਾਤ ਦੀ ਰਾਣੀ ਹੈ, 10 ਘਰਾਂ ਤੱਕ ਜਾਂਦੀ ਉਹਦੀ ਖੁਸ਼ਬੂ, ਪਤਾ ਲੱਗਦੀ ਰਾਤ ਦੀ ਰਾਣੀ ਜਿਹੜੀ ਹੈ ਉਹ ਖਿਲੀ ਹੋਈ ਹੈ। ਇਹ ਗੈਂਦੇ ਦਾ ਫੁੱਲ ਹੈ, ਇਹ ਫਲਾਣਾ ਫੁੱਲ ਹੈ। ਕਿੱਥੋਂ ਪਤਾ ਲੱਗਦਾ? ਉਹਦੀ ਖੁਸ਼ਬੂ ਤੋਂ ਪਤਾ ਲੱਗਦਾ। ਹਾਲਾਂਕਿ ਖੁਸ਼ਬੂ ਦੇਖੀ ਨਹੀਂ ਜਾ ਸਕਦੀ। ਫਿਰ ਬੇਨਤੀ ਕਰਦੇ ਹਾਂ,
ਖੁਸ਼ਬੂ ਮਾਣੀ ਜਾ ਸਕਦੀ ਹੈ। ਖੁਸ਼ਬੂ ਨੂੰ ਕੋਈ ਦੇਖ ਨਹੀਂ ਸਕਦਾ, ਨਿਰੰਕਾਰ ਨੂੰ ਕੋਈ ਦੇਖ ਨਹੀਂ ਸਕਦਾ, ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ। ਫੁੱਲ ਵਿੱਚ ਖੁਸ਼ਬੂ ਹੈ ਲੇਕਿਨ ਅੱਖਾਂ ਨਾਲ ਦੇਖ ਨਹੀਂ ਸਕਦੇ। ਇਹ ਤਾਂ ਭੋਰਾ ਹੀ ਜਾਂਦਾ ਜਿਹੜਾ ਬੈਠ ਕੇ ਉਹਦਾ ਰਸ ਚੂਸ ਲੈਂਦਾ। ਜਿਹੜੇ ਪ੍ਰੀਤਮ ਦੇ ਭੋਰੇ ਹਨ ਉਹ ਖੁਸ਼ਬੂ ਦੇਖਣ ਦੀਆਂ ਗੱਲਾਂ ਨਹੀਂ ਕਰਦੇ, ਉਹ ਖੁਸ਼ਬੂ ਦਾ ਰਸ ਚੂਸਣ ਦੀ ਗੱਲ ਕਰਦੇ ਹਨ। ਤੇ ਗੁਰੂ ਸਾਹਿਬ ਜੀ ਨੇ ਇਸ 24ਵੀਂ ਪੌੜੀ ਦੇ ਵਿੱਚ ਕਿਹਾ ਵੀ ਅਸਲ ਜੋਗੀ ਉਹ ਹੀ ਹੈ, ਜੋਗੀ ਉਹ ਜਿਹਦਾ ਆਪਣਾ ਕੋਲ ਫੁੱਲ ਵਾਂਗੂ ਹਿਰਦਾ ਜਿਹੜਾ ਹੈ ਉਹ ਖਿੜਿਆ ਹੁੰਦਾ ਹੈ, ਜਿਹਦੇ ਅੰਦਰ ਆਤਮਕ ਆਨੰਦ ਦੇ ਹੁਲਾਰੇ ਆਉਂਦੇ ਹਨ। ਤੇ ਗੁਰੂ ਪਾਤਸ਼ਾਹ ਨੇ 25ਵੀਂ ਪੌੜੀ ਜਿਹੜੇ ਕਿਹਾ ਵੀ ਗੁਰੂ ਸ਼ਬਦ ਵੀ ਟਿਕਿਆ ਰਹਿਣ ਵਾਲਾ ਮਨੁੱਖ ਸਦਾ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ। ਹੁਣ ਇੱਥੇ ਸ਼ਬਦ ਦੀ ਵਿੜਾਈ ਕੀਤੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਣਾ ਵਿੱਚ ਪਿਆ ਰਹਿੰਦਾ ਹੈ। ਨਾਮ ਵਿਸਾਰਨ ਕਾਰਨ ਉਹਨੂੰ ਸਦਾ ਹਉਮੈ ਦੀ ਪੀੜ ਸਤਾਉਂਦੀ ਰਹਿੰਦੀ ਹੈ। ਇਸ ਤੋਂ ਖਲਾਸੀ ਹਾਸਲ ਕਰਨ ਦਾ ਇੱਕੋ ਵਸੀਲਾ ਹੈ ਗੁਰੂ ਦਾ ਸ਼ਬਦ। ਤਾਂ ਗੁਰੂ ਦੇ ਸ਼ਬਦ ਰਾਹੀਂ ਹੀ ਸਾਰੀ ਗੱਲ ਖੇਡ ਸਾਰੀ। ਮੈਂ ਬੇਨਤੀ ਕਰਾਂ ਵੀ ਸਾਰੀ ਸਿੱਧ ਕੋਸ਼ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਦੀ ਪ੍ਰਧਾਨਤਾ ਹੀ ਅੱਗੇ ਰੱਖੀ ਹੈ। ਸ਼ਬਦ ਦੀ ਆਰੰਭਤਾ ਵੀ ਸ਼ਬਦ ਤੋਂ ਕੀਤੀ ਔਰ ਸਮਾਪਤੀ ਵੀ ਜਿਹੜੀ ਸੀ ਉਹ ਸ਼ਬਦ ਤੇ ਜਾ ਕੇ ਕੀਤੀ। ਸ਼ਬਦੇ ਕਾ ਨਵੇੜਾ ਸੁਣ ਤੋਂ ਉਦੋਂ ਵੀ ਨਾਮੇ ਜੋਗ ਨਾ ਹੋਈ। ਸ਼ਬਦ ਦਾ ਫੈਸਲਾ ਗੁਰੂ ਸਾਹਿਬ ਅਖੀਰ ਤੇ ਜਾ ਕੇ ਸੁਣਾਉਂਦੇ ਨੇ। ਔਰ ਸਾਰੀ ਪ੍ਰਧਾਨਤਾ ਸ਼ਬਦ ਨੂੰ ਗੁਰੂ ਸਾਹਿਬ ਜੀ ਨੇ ਦਿੱਤੀ ਹੈ, ਕਿਸੇ ਸਰੀਰ ਨੂੰ ਨਹੀਂ ਦਿੱਤੀ। ਉਹ ਸ਼ਬਦ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਹੋਰ ਇੱਧਰ ਉੱਧਰ ਦੀ ਸ਼ਬਦ ਦੀ ਗੱਲ ਗੁਰੂ ਸਾਹਿਬ ਜੀ ਨੇ ਨਹੀਂ ਕੀਤੀ। ਉਹਨੂੰ ਸ਼ਬਦ ਕਿਹਾ ਜਿਹੜਾ ਕਰਤੇ ਦੇ ਘਰ ਦਾ ਗਿਆਨ ਸੀ। ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਲਾ ਲਓ। ਇਹ 25 ਪੌੜੀਆਂ ਦੀ ਸੰਖੇਪ ਜੀ ਵਿਚਾਰ ਅੱਜ ਆਪਾਂ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੁੱਖੇ ਮੈਂ ਚਾਹੁੰਦਾ ਹਾਂ। ਸਮਾਂ ਵਧੇਰੇ ਲੱਗ ਰਿਹਾ, ਮੈਂ ਚਾਹੁੰਦਾ ਸਾਂ ਵੀ ਇਹਨੂੰ ਅੱਜ ਸਮਾਪਤੀ ਕਰ ਦਿੱਤੀ ਜਾਏ, ਪਰ ਫਿਰ ਵੀ ਕਿਉਂਕਿ ਜੋ ਅਸੀਂ ਪੜ੍ਹਿਆ ਹੈ ਉਹਦੇ ਥੋੜ੍ਹਾ ਜਿਹਾ ਹੋਰ ਵਿਆਖਿਆ ਜੇ ਸਾਨੂੰ ਅੱਜ ਨਾਲ ਦਿਮਾਗ ਵਿੱਚ ਜਦੋਂ ਗੱਲ ਆ ਜਾਂਦੀ ਹੈ ਵੀ ਅਸੀਂ ਉਦੋਂ ਕੀ ਵਿਚਾਰ ਕੀਤੀ ਸੀ, ਉਦੋਂ ਕੀ ਸੁਣਿਆ ਸੀ, ਕੀ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਸੀ, ਉਹਦਾ ਥੋੜ੍ਹਾ ਬਹੁਤਾ ਜਿਹੜਾ ਹੈ ਉਹ ਵਿਚਾਰ ਅੱਜ ਸੰਖੇਪ ਜੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਉਹ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ ਜੀ। ਸਾਰਿਆਂ ਨੂੰ ਬੇਨਤੀ ਕਰਦਾ ਹਾਂ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।